मत थोड़ी मेरी मत थोड़ी मेरी मत थोड़ी तू समरथ बड़ा मेरी मत थोड़ी तू समरथ बड़ा मेरी मत थोड़ी बाल अकिरत गणा अकिरत गणा बाल अकिरत गणा पूरन दृष्ट तेरी तू समरथ बड़ा मेरी मत थोड़ी तू समरथ बड़ा मेरी मत थोड़ी चलती महाचंचल दुख कर कर जोरी त्याग चलती महाचंचल दुख कर कर जोरी नानक शरण सम्राट स्वामी पैज राखो मोरी नानक शरण सम्राट स्वामी पैज राखो मोरी त्याग चलती महाचंचल दुख कर कर जोरी दुख कर कर जोरी नानक शरण सम्राट स्वामी पैज राखो मोरी नानक शरण सम्राट स्वामी पैज राखो मोरी पाल अकिरत गणा पाल अकिरत गणा पाल अकिरत गणा पूरन दृष्ट तेरी राम पाल अकिरत गणा पूरन दृष्ट तेरी राम तू समरथ बड़ा मेरी मत थोड़ी तू समरथ बड़ा मेरी मत थोड़ी पाल अकिरत गणा पाल अकिरत गणा पाल अकिरत गणा पूरन दृष्ट तेरी राम तू समरथ बड़ा मेरी मत थोड़ी तू समरथ बड़ा मेरी मत थोड़ी 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 तू समरथ बड़ा मेरी मत थोड़ी तू समरथ बड़ा मेरी मत थोड़ी मेरी मत थोड़ी राम मेरी मत थोड़ी मेरी मत थोड़ी
राम मेरी मत थोड़ी राम तू सम्राट बड़ा मेरी मत थोड़ी राम तू सम्राट बड़ा मेरी मत थोड़ी राम मेरी मत थोड़ी राम मेरी मत थोड़ी राम वाहेगुरु तेग बहादुर सिमरे तेग बहादुर सिमरिए कर नानक आवे ताए सब थाई होए हाय तेग बहादुर सिमरिए तेग बहादुर सिमरिए कर नानक आवे ताए सब थाई होए सहाय तेग बहादुर सिमरिए तेग बहादुर सिमरिए हर नानक आवे ताए सब ताई होए सहाय तेग बहादुर सिमरिए तेग बहादुर सिमरे बड़े बड़े उड़ा पार तेरा मर्तबा रंग प्रंग ने जपन करतबा जिया तो जी सब जान ला सब कुछ तेरे वास तेरा अमला तेरे कर आनंद ਵਧਾਈ तो तेकार मान माता के जपना अपजर सर्व कला भरपूर दी सैदत कथा नानक दासन दास तो दे आगे बिन बता बिन बता बिन बता पौड़ी वड्डी हूं वड्डा पार तेरा मर्तबा रंग प्रंग अनेक ना जापन करतबा जिया अंदर जियो सब कुछ जान ला सब कुछ तेरे वस तेरा घर पला तेरे घर आनंद ਵਧਾਈ तुद कर मान मता तेज अपना आप जर सर्ब कला भरपूर दी सहजत कथा नानक दासन दास तुद आगे बिनवता श्लोक पवन गुरु पानी पिता माता तरत महत दिवस रात दोय दाई दाया खेले सगल जगत चंगियां बुरियां वाचा धर्म दूर करमी आपो अपनी के के दू जिनी नाम ते आया गए सकत काल नानक ते मुख उजले केते छुट्टी नाल नानक ते मुख उजले केती छुट्टी नाल वाहेगुरु जी का खालसा वाहेगुरु जी की फतेह।
ਗੁਰੂ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਕੀਤਕ ਦਿਵਸ ਬੀਤ ਗਏ ਤਿਸ ਥਾਨ ਪ੍ਰਗਟੇ ਜਗ ਮੈਨੇ ਅਧਿਕ ਸ਼੍ਰੀ ਅੰਗਦ ਗੁਣ ਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗਾ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਸੰਧਿਆ ਵੇਲੇ ਦੇ ਸਜੇ ਦੀਵਾਨਾਂ 'ਚ ਹਾਜ਼ਰ ਹੋ ਕੇ ਸਤਿਗੁਰਾਂ ਦੀ ਕਲਿਆਣਕਾਰੀ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ 'ਚ ਤਤਪਰ ਹੋ ਬੈਠੇ ਹੋ, ਸਾਵਧਾਨ ਹੋ ਬੈਠੇ ਹੋ। ਦੂਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਖਡੂਰ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਆਏ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨਾਲ ਮਿਲ ਕੇ ਗੋਇੰਦਵਾਲ ਸਾਹਿਬ ਕੁਝ ਸਮਾਂ ਠਹਿਰ ਕੇ ਖਡੂਰ ਸਾਹਿਬ ਆਏ ਹਨ। ਕੁਝ ਦਿਨ ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਗੁਰੂ ਚਰਨਾਂ 'ਚ ਹੀ ਰਹੇ।
ਸਤਿਗੁਰਾਂ ਦੀ ਸੇਵਾ ਟਹਿਲ ਕਰਦਿਆਂ ਕੁਝ ਦਿਨ ਬੀਤੇ। ਗੁਰੂ ਸਾਹਿਬ ਨੇ ਹੁਕਮ ਕਰਕੇ ਵਾਪਸ ਗੋਇੰਦਵਾਲ ਸਾਹਿਬ ਭੇਜਿਆ। ਅਜਰ ਨੂੰ ਜਰ ਲੈਣ ਦੀ ਮਹਾਨ ਸ਼ਕਤੀ ਦੇ ਮਾਲਕ ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਹਨ, ਜਿਨ੍ਹਾਂ ਅੱਗੇ 18 ਸਿੱਧੀਆਂ 9 ਨਿੱਧਾਂ ਬੇਅੰਤ ਅਜ਼ਮਤਾਂ ਸ਼ਕਤੀਆਂ ਕਲਾਵਾਂ ਹੱਥ ਬੰਨ੍ਹ ਕੇ ਖੜੀਆਂ ਹਨ, ਪਰ ਸਤਿਗੁਰੂ ਜੀ ਤਿਨਾਂ ਨੂੰ ਅੰਗੀਕਾਰ ਨਹੀਂ ਕਰਦੇ। ਔਰ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਮਾਲਕ ਨੇ ਉਹਦਾ ਇੱਕ ਪ੍ਰਮਾਣ ਇੱਕ ਸਾਖੀ ਦੁਆਰਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪ੍ਰਗਟ ਕਰਕੇ ਦੱਸ ਰਹੇ ਨੇ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਜਗਤ ਗੁਰੂ ਬਾਬਾ ਫੇਰੂ ਨੰਦਨ ਤ੍ਰਿਹਣ ਕੁਲ ਸਿਰਮੌਰ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਕੇ ਤਕ ਦਿਵਸ ਬੀਤ ਗਏ ਤਿਸ ਥਾਨ। ਇਸੇ ਤਰ੍ਹਾਂ ਕੁਝ ਦਿਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਇਸੇ ਤਰ੍ਹਾਂ ਖਡੂਰ ਸਾਹਿਬ ਵਿਖੇ ਬਤੀਤ ਕੀਤੇ ਹਨ। ਪ੍ਰਗਟੇ ਜਗ ਮੈਨੇ ਅਧਿਕ ਸ਼੍ਰੀ ਅੰਗਦ ਗੁਣ ਖਾਨ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਇਸ ਜਗਤ ਵਿੱਚ ਬਹੁਤਾ ਪ੍ਰਗਟ ਨਹੀਂ ਹੁੰਦੇ, ਐਸੇ ਗੁਣਾਂ ਦੀ ਖਾਨ ਹਨ। ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਸੁਆਮੀ ਹਨ, ਮਾਲਕ ਹਨ। ਚੋਪਈ ਇੱਕ ਖੰਡੂਰ ਮੈਂ ਤਪਾ ਰਹਿਤੇ। ਖਾਲਸਾ ਜੀ ਖਡੂਰ ਸਾਹਿਬ ਵਿਖੇ ਇੱਕ ਦੰਭੀ ਪਖੰਡੀ ਤਪਾ ਰਹਿੰਦਾ ਸੀ। ਕਲੀ ਕਾਲ ਦੇ ਸਮੇਂ 'ਚ ਪਖੰਡ ਦੀ ਪੂਜਾ ਬਹੁਤ ਪ੍ਰਬਲ ਹੁੰਦੀ ਹੈ। ਵਿਖਾਵਾ ਤੇ ਪਖੰਡ ਵੇਖ ਕੇ ਲੋਕ ਬੜੀ ਪੂਜਾ ਕਰਦੇ ਹਨ। ਤੋ ਇਹੋ ਜਿਹਾ ਇੱਕ ਪਖੰਡੀ ਤਪਾ ਖਡੂਰ ਸਾਹਿਬ ਵਿਖੇ ਰਹਿੰਦਾ ਹੈ। ਆਪਣੀ ਉਸਤਤ ਜੋ ਸਦਾ ਕਹਿਤੇ। ਇਹ ਆਪਣੀ ਉਸਤਤ ਆਪਣੇ ਮੂੰਹੋਂ ਆਪ ਹੀ ਕਰਦਾ ਰਹਿੰਦਾ ਸੀ। ਆਪਣੀ ਵਡਿਆਈ ਆਪਣੀ ਸੋਭਾ ਆਪ ਹੀ ਕਰਦੇ ਰਹਿਣਾ। ਇਹ ਸੰਸਾਰ ਵਿੱਚ ਉਹ ਮਨੁੱਖ ਸਭ ਤੋਂ ਨੀਚ ਮਨੁੱਖ ਗਿਣਿਆ ਜਾਂਦਾ ਹੈ, ਜਿਹੜਾ ਆਪਣੀ ਸਿਫਤ ਦੇ ਸੋਹਿਲੇ ਆਪ ਹੀ ਗਾ ਗਾ ਕੇ ਲੋਕਾਂ ਨੂੰ ਸੁਣਾਵੇ। ਇਹ ਤਪਾ ਆਪਣੀ ਉਸਤਤ ਆਪ ਹੀ ਕਰਦਾ ਲੋਕਾਂ ਦੇ ਵਿੱਚ। ਜੰਤਰ ਮੰਤਰ ਕਰ ਵੀ ਜਿਸ ਆਵੇ। ਕੋਈ ਮਾੜਾ ਮੋਟਾ ਜੰਤਰ ਮੰਤਰ ਟੋਟਕਾ ਇਹਨੂੰ ਆਉਂਦਾ ਸੀ ਕਰਨਾ। ਉਹ ਤੰਤਰ ਮੰਤਰ ਜੰਤਰ ਕੋਈ ਇਹਨੇ ਸਿੱਧ ਕੀਤਾ ਹੋਇਆ ਸੀ। ਲੋਕਨ ਵਿਖੇ ਪਖੰਡ ਕਮਾਵੇ। ਲੋਕਾਂ ਵਿੱਚ ਆਪਣੇ ਉਹਨਾਂ ਸਿੱਧ ਕੀਤੇ ਜੰਤਰਾਂ ਮੰਤਰਾਂ ਨਾਲ ਪਖੰਡ ਕਰਕੇ ਵਿਖਾਉਂਦਾ ਹੈ। ਪਖੰਡ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਵਿਖਾ ਕੇ ਭਰਮਾਉਂਦਾ ਹੈ। ਬਹੁਤੇ ਨਰ ਜਿਸ ਮਾਨੇ ਆਨ। ਖਡੂਰ ਸਾਹਿਬ ਦੇ ਬਹੁਤ ਸਾਰੇ ਲੋਕ ਇਹਦੀ ਆਨ ਮੰਨਦੇ ਸੀ। ਇਹਨੂੰ ਆਪਣਾ ਤਪਾ ਆਪਣਾ ਗੁਰੂ ਜਾਣਦੇ ਸਨ। ਚਰਨ ਤਰੇ ਸਿਰ ਨਮੋ ਬਖਾਨ। ਖਡੂਰ ਸਾਹਿਬ ਦੇ ਖਹਿਰੇ ਜ਼ਿਮੀਂਦਾਰ, ਖਹਿਰਾ ਇੱਕ ਗੋਤ ਹੈ ਜ਼ਿਮੀਂਦਾਰਾਂ ਦਾ, ਉਹ ਖਹਿਰੇ ਗੋਤ ਦੇ ਜ਼ਿਮੀਂਦਾਰ ਜਿਹੜੇ ਸਨ ਉਹ ਇਹਨੂੰ ਆਪਣਾ ਗੁਰੂ ਮੰਨਦੇ ਸੀ। ਉਹ ਆ ਕੇ ਇਸ ਪਖੰਡੀ ਤਪੇ ਦੇ ਪੈਰਾਂ ਵਿੱਚ ਆਪਣਾ ਸਿਰ ਧਰ ਕੇ ਮੱਥਾ ਟੇਕਦੇ ਸਨ। ਜਿਸ ਕੋ ਕਿਉ ਕਰੇ ਸਭ ਕੋਏ। ਔਰ ਤਪਾ ਜੋ ਕਹਿੰਦਾ ਸੀ ਉਹ ਅੱਗੋਂ ਲੋਕ ਉਸੇ ਤਰ੍ਹਾਂ ਕਰਦੇ ਸਨ। ਜਿਵੇਂ ਇਹਨੇ ਆਗਿਆ ਕਰਨੀ, ਜਿਵੇਂ ਇਸਨੇ ਹੁਕਮ ਕਰਨਾ, ਉਹਨਾਂ ਨੇ ਸਤ ਬਚਨ ਕਹਿ ਕੇ ਇਹਦੇ ਹੁਕਮ ਦੀ ਪਾਲਣਾ ਕਰਨੀ। ਬਹੁਤ ਪਾਂਤ ਤਿਸ ਪੂਜਾ ਹੋਏ। ਬੜੀ ਪੂਜਾ ਹੁੰਦੀ ਸੀ ਇਹਦੀ। ਉਹ ਜਿੰਨੇ ਜ਼ਿਮੀਂਦਾਰ ਸਨ ਜਾਂ ਹੋਰ ਕਈ ਲੋਕ ਜਿਹੜੇ ਇਹਦੀ ਪੂਜਾ ਕਰਦੇ ਸੀ, ਉਹ ਆ ਕੇ ਇਹਦਾ ਸਤਿਕਾਰ ਕਰਦੇ ਨੇ, ਇਹਨੂੰ ਪੂਜਦੇ ਨੇ ਪਖੰਡੀ ਨੂੰ। ਖੈਰੇ ਜਾਟ ਖਡੂਰ ਮਜਾਰ। ਖੈਰੇ ਬਰਾਦਰੀ ਦੇ ਬਹੁਤ ਸਾਰੇ ਜ਼ਿਮੀਂਦਾਰ ਜਿਹੜੇ ਸਨ ਖੈਰੇ ਗੋਤ ਦੇ, ਉਹ ਬਹੁਤ ਸਾਰੇ ਜ਼ਿਮੀਂਦਾਰ ਖਡੂਰ ਸਾਹਿਬ ਵਿਖੇ ਰਹਿੰਦੇ ਹਨ। ਬਸਤ ਹੋਤੇ ਸਹਿ ਵੱਡ ਪਰਿਵਾਰ। ਵੱਡੇ ਪਰਿਵਾਰਾਂ ਵਾਲੇ ਸੀ।
ਜਿਨ੍ਹਾਂ ਦੇ ਵਿੱਚ ਘਰਾਂ ਦੇ ਵਿੱਚ ਹੀ 5-5 7-7 ਭਰਾਵਾਂ ਦੇ ਅੱਗੇ ਟੱਬਰ ਰਹਿੰਦੇ ਸਨ। ਸਰਬ ਤਪੇ ਕੀ ਆਇਸ ਮਾਨੇ। ਉਹਨੇ ਜਿੰਨੇ ਖਹਿਰੇ ਜ਼ਿਮੀਂਦਾਰ ਸੀ ਇਸ ਤਪੇ ਨੂੰ ਹੀ ਆਪਣਾ ਗੁਰੂ ਮੰਨਦੇ ਨੇ ਔਰ ਇਹਦੀ ਆਗਿਆ ਮੰਨਦੇ ਨੇ, ਇਹਦੀ ਆਗਿਆ ਵਿੱਚ ਚੱਲਦੇ ਹਨ। ਅਨ ਕੀ ਉਪਾਇਨ ਦੇਵਨ ਠਾਨੇ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਇਸ ਪਖੰਡੀ ਤਪੇ ਨੂੰ ਧਰ ਕੇ ਮੱਥਾ ਟੇਕਦੇ ਨੇ। ਕਈ ਤਰ੍ਹਾਂ ਦੀਆਂ ਭੇਟਾਵਾਂ ਲਿਆਉਂਦੇ, ਉਹ ਭੇਟਾਵਾਂ ਇਹਦੇ ਅੱਗੇ ਰੱਖ ਕੇ ਇਹਨੂੰ ਮੱਥਾ ਟੇਕਦੇ ਹਨ। ਦੁਗਧ ਦਦੀ ਕ੍ਰਿਤ ਅਰ ਮਿਸ਼ਟਾਨਾ। ਜ਼ਿਮੀਂਦਾਰ ਪਰਿਵਾਰ ਸਨ, ਘਰ 'ਚ ਦੁੱਧ ਦਹੀਂ ਬਹੁਤ ਸੀ। ਕੋਈ ਦੁੱਧ ਭਰ ਕੇ ਲਿਆ ਰਿਹਾ ਘੜਾ, ਕੋਈ ਦਹੀਂ ਲੈ ਕੇ ਆ ਰਿਹਾ, ਕੋਈ ਘਿਓ ਲਿਆ ਕੇ ਹਾਜ਼ਰ ਕਰਦਾ, ਕੋਈ ਮਠਿਆਈ ਬਣਾ ਕੇ ਘਰ ਵਿੱਚ ਦੁੱਧ ਦੀਆਂ ਉਹ ਮਠਿਆਈਆਂ ਲਿਆ ਕੇ ਇਹਨੂੰ ਭੇਟ ਕਰਦੇ ਹਨ। ਪਰ ਬਨ ਵਿਖੇ ਲਿਆਏ ਤਨ ਤਾਨਾ। ਜਦੋਂ ਕੋਈ ਪਰਬ ਦਾ ਦਿਨ ਹੁੰਦਾ, ਮੰਨੋ ਵੀ ਕਦੇ ਸਕਰਾਂਦ ਆ ਜਾਏ, ਮੱਸਿਆ ਆ ਜਾਏ, ਪੂਰਨਮਾਸ਼ੀ ਆ ਜਾਏ, ਉਹਨਾਂ ਦਿਨਾਂ ਵਾਲੇ ਦਿਨ ਉਚੇਚੇ ਤੌਰ ਤੇ ਜ਼ਿਮੀਂਦਾਰ ਇਹਨੂੰ ਮਾਇਆ ਲਿਆ ਕੇ ਭੇਟ ਕਰਦੇ ਨੇ ਪਖੰਡੀ ਤਪੇ ਨੂੰ। ਬਹੁਤ ਸਾਰਾ ਧਨ ਦੌਲਤ ਉਹ ਲਿਆ ਕੇ ਇਹਦੇ ਅੱਗੇ ਅਰਪਦੇ ਹਨ। ਤੈ ਟਿਗ ਅਰਪੈ ਬਿਨੇ ਬਖਾਨੇ। ਨਾਲੇ ਮਾਇਆ ਭੇਟ ਕਰਦੇ ਨੇ ਇਹਨੂੰ ਪਖੰਡੀ ਨੂੰ, ਨਾਲੇ ਇਹਦੇ ਅੱਗੇ ਆ ਕੇ ਬੇਨਤੀਆਂ ਕਰਦੇ ਹਨ। ਇਤਿਆਦਿਕ ਪ੍ਰਿਯ ਵਸਤੂਆਂ ਨੇ। ਜਿਹੜੀਆਂ ਪਿਆਰੀਆਂ ਵਸਤੂਆਂ ਨੇ, ਦੁੱਧ ਦਹੀਂ ਜਾਂ ਮਿਸ਼ਟਾਨ ਘਿਓ, ਇਹਦੇ ਤੋਂ ਇਲਾਵਾ ਅਨਾਜ ਵਗੈਰਾ ਉਹ ਲਿਆ ਕੇ ਇਹਨੂੰ ਅਰਪਦੇ ਹਨ। ਇਸ ਤੇ ਡਰੇ ਗ੍ਰਾਮ ਨਰ ਸਾਰੇ। ਔਰ ਇਹਦਾ ਡਰ ਵੀ ਮੰਨਦੇ ਨੇ ਵੀ ਸਾਡਾ ਤਪਾ ਕਿਤੇ ਸਾਡੇ ਤੇ ਕਰੋਪੀ ਨਾ ਕਰ ਦੇ। ਇਹਦਾ ਡਰ ਵੀ ਮੰਨਦੇ ਨੇ, ਇਹਦਾ ਭੈ ਵੀ ਮੰਨਦੇ ਨੇ ਨਗਰ ਵਾਲੇ। ਨੈ ਰਿਸਤਾਰ ਕੁਬਾ ਕੀ ਉਚਾਰੇ। ਡਰ ਕਾਹਦਾ ਮੰਨਦੇ ਨੇ ਵੀ ਕਿਤੇ ਗੁੱਸੇ ਵਿੱਚ ਆ ਕੇ ਸਾਡਾ ਤਪਾ ਸਾਨੂੰ ਕੋਈ ਸਰਾਪ ਨਾ ਦੇ ਦੇਵੇ। ਏਦਾਂ ਇਹਦੇ ਤੋਂ ਡਰਦੇ ਨੇ ਵੀ ਕਿਤੇ ਕੋਈ ਮਾੜਾ ਵਾਕ ਜਾਂ ਕੁਵਾਕ ਜਿਹੜਾ ਉਹ ਤਪਾ ਆਪਣੇ ਮੂੰਹੋਂ ਬੋਲ ਕੇ ਸਾਨੂੰ ਸਰਾਪ ਨਾ ਦੇ ਦੇਵੇ। ਕਹੀ ਸੁਮਾਨੇ ਨਰ ਗ੍ਰਾਮੀਨ। ਜਿੰਨੇ ਖਹਿਰੇ ਜ਼ਿਮੀਂਦਾਰ ਨੇ ਇਹ ਸਭ ਤਪੇ ਦਾ ਕਿਹਾ ਮੰਨਦੇ ਨੇ। ਜੋ ਹੁਕਮ ਕਰ ਦੇਵੇ, ਜੋ ਦਿਨ ਨੂੰ ਦਿਨ ਕਹਿ ਦੇ ਰਾਤ ਨੂੰ, ਤਾਂ ਇਹ ਰਾਤ ਨੂੰ ਵੀ ਦਿਨ ਮੰਨਦੇ ਨੇ। ਜੋ ਕਹਿ ਦੇਵੇ ਵੀ ਖੜੇ ਰਹੋ ਤਾਂ ਖਲੋਤੇ ਰਹਿੰਦੇ ਨੇ, ਜੇ ਕਹਿ ਦੇਵੇ ਬਹਿ ਜਾਓ ਤਾਂ ਬਹਿ ਜਾਂਦੇ ਨੇ। ਇੰਨੀ ਜ਼ਿਆਦਾ ਆਗਿਆ ਇਹਦੀ ਮੰਨਦੇ ਨੇ ਤਪੇ ਦੀ। ਜੋ ਸੰਤਨ ਕੋ ਸਕੇ ਨਾ ਚੀਨ। ਇਹ ਜਿਹੜਾ ਪਖੰਡੀ ਤਪਾ ਹੈ, ਇਹੋ ਜਿਹਾ ਕੁਕਰਮੀ ਤੇ ਮੰਦ ਭਾਗਾ ਤਪ ਹੈ ਕਿ ਜਿਹੜਾ ਸਤਿਪੁਰਸ਼ਾਂ ਦੀ ਮਹਿਮਾ ਨੂੰ ਵੇਖ ਨਹੀਂ ਸੀ ਸਕਦਾ। ਸੰਤ ਜਨਾਂ ਦੀ ਮਹਿਮਾ ਇਹਦੇ ਕੋਲੋਂ ਬਰਦਾਸ਼ਤ ਨਹੀਂ ਸੀ ਹੁੰਦੀ। ਪ੍ਰਿਆ ਤਿਸ ਕੋ ਨਿਸਬਾਸੁਰ ਕਰਈ। ਔਰ ਇਹ ਜਿਹੜੇ ਜ਼ਿਮੀਂਦਾਰ ਸਨ ਇਹਨੂੰ ਆਪਣਾ ਦਿਨ ਰਾਤ ਪਿਆਰਾ ਸਮਝਦੇ ਹਨ। ਦੀ ਤਨ ਤਾਨ ਸੋ ਬਿਨੇ ਉਚਰਈ। ਕੋਈ ਲਿਆ ਕੇ ਧਨ ਭੇਟ ਕਰਦਾ, ਕੋਈ ਧਾਨ ਲਿਆ ਕੇ ਭੇਟ ਕਰਦਾ, ਔਰ ਫਿਰ ਇਹਦੇ ਅੱਗੇ ਆਪਣੀਆਂ ਮਿੰਨਤਾਂ ਤਰਲੇ ਤੇ ਬੇਨਤੀਆਂ ਕਰਦੇ ਨੇ। ਤਹਾਂ ਬਾਸ ਗੁਰ ਅੰਗਦ ਕੇਰਾ। ਉਸੇ ਤਪੇ ਦੇ ਘਰ ਤੋਂ ਕੁਝ ਦੂਰੀ ਤੇ ਜਗਤ ਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਵਸਦੇ ਹਨ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਵੀ ਉੱਥੇ ਨਿਵਾਸ ਹੈ। ਨਹੀਂ ਮਹਾਤਮ ਲਖੇ ਕਨੀਰਾ। ਇਹ ਜਿਹੜੇ ਖਹਿਰੇ ਸਨ ਤਪੇ ਨੂੰ ਹੀ ਆਪਣਾ ਗੁਰੂ ਮੰਨਦੇ ਸੀ, ਪਖੰਡੀ ਨੂੰ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਹਿਮਾ ਨਹੀਂ ਸਨ ਜਾਣਦੇ। ਮਹਾਰਾਜ ਗੁਰੂ ਅੰਗਦ ਸਾਹਿਬ ਦੀ ਸੇਵਾ ਨਹੀਂ ਸਨ ਕਰਦੇ ਆ ਕੇ, ਨਾ ਕਦੇ ਦਰਸ਼ਨ ਕਰਨੇ, ਨਾ ਮਹਾਰਾਜ ਜੀ ਦੇ ਬਚਨ ਸੁਣਨੇ। ਉਹ ਪਖੰਡੀ ਤਪੇ ਕੋਲ ਹੀ ਜਾ ਕੇ ਬਹਿਣਾ, ਤੇ ਤਪਾ ਇਹਨਾਂ ਨੂੰ ਡਰਾ ਛੱਡਦਾ ਸੀ ਵੀ ਉਧਰ ਨਾ ਜਾਇਓ, ਜੇ ਜਾਓਗੇ ਤੁਹਾਡੇ ਤੇ ਕਰੋਪੀ ਹੋਵੇਗੀ ਮੇਰੀ। ਇਹ ਡਰਦੇ ਹੀ ਨਹੀਂ ਸੀ ਜਾਂਦੇ ਗੁਰੂ ਅੰਗਦ ਸਾਹਿਬ ਵੱਲ, ਤੇ ਇਸ ਪਖੰਡੀ ਤਪੇ ਦੇ ਕੋਲ ਹੀ ਸਾਰਾ ਦਿਨ ਬਹਿ ਰਹਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਤੋਂ ਅਣਜਾਣ ਹਨ। ਕਬੀ ਨ ਜਾਏ ਨਿਭਾਵੇਂ ਸੀਸ। ਕਦੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਜਾ ਕੇ ਇਹਨਾਂ ਨੇ ਸੀਸ ਨਾ ਨਿਵਾਉਣਾ, ਨਾ ਮਹਾਰਾਜ ਜੀ ਨੂੰ ਜਾ ਕੇ ਕਦੇ ਪ੍ਰਣਾਮ ਕਰਨੀ, ਮੱਥਾ ਟੇਕਣਾ। ਨੈ ਮਾਨੀ ਇਹ ਸਭ ਜਗ ਈਸ਼। ਇਹ ਮੰਨਦੇ ਹੀ ਨਹੀਂ ਸਨ ਕਿ ਸਤਿਗੁਰੂ ਜੀ ਸਾਰੇ ਜਗਤ ਦੇ ਈਸ਼ਵਰ ਨੇ। ਇਹ ਸਤਿਗੁਰਾਂ ਨੂੰ ਨਹੀਂ ਮੰਨਦੇ
ਕਿ ਇਹ ਸਾਰੇ ਜਗਤ ਦੇ ਈਸ਼ਵਰ ਤੇ ਸੁਆਮੀ ਹਨ। ਅਪਰ ਲੋਕ ਜਿਮ ਬਾਸੈ ਗ੍ਰਾਮ, ਜਿਵੇਂ ਆਮ ਲੋਕ ਰਹਿੰਦੇ ਆ ਨਗਰ ਖਡੂਰ ਸਾਹਿਬ ਚ ਹੋਰ, ਤਿਉ ਜਾਣੇ ਇਹ ਪੀ ਰਹਿ ਧਾਮ। ਏਦਾਂ ਸਤਿਗੁਰਾਂ ਨੂੰ ਵੀ ਆਮ ਲੋਕਾਂ ਵਾਂਗੂ ਹੀ ਸਮਝਦੇ ਸੀ ਵੀ ਜਿਵੇਂ ਬਾਕੀ ਸਾਰੀ ਦੁਨੀਆ ਖਡੂਰ ਚ ਰਹਿੰਦੀ ਹੈ, ਇਹ ਵੀ ਉਦਾਂ ਹੀ ਇੱਥੇ ਰਹਿੰਦੇ ਨੇ। ਮਹਾਰਾਜ ਜੀ ਦੀ ਮਹਿਮਾ ਨਹੀਂ ਸਨ ਜਾਣਦੇ, ਗੁਰੂ ਸਾਹਿਬ ਦੀ ਮਹਿਮਾ ਤੋਂ ਅਣਜਾਣ ਉਸ ਤਪੇ ਨੂੰ ਹੀ ਆਪਣਾ ਸਭ ਕੁਝ ਸਮਝਦੇ ਸਨ। ਸਤ ਸੰਗੀ ਜਿਨ ਮੈਂ ਨਹਿ ਕੋਈ, ਇਹਨਾਂ ਵਿੱਚੋਂ ਕੋਈ ਵੀ ਸਤ ਸੰਗੀ ਨਹੀਂ ਸੀ, ਕੋਈ ਵੀ ਆ ਕੇ ਗੁਰੂ ਕੀ ਸੰਗਤ ਕਰਨ ਵਾਲਾ ਨਹੀਂ ਸੀ। ਕਿਮ ਪ੍ਰਭਾਵ ਕੋ ਜਾਣੇ ਸੋਈ, ਹੁਣ ਜੇ ਸਤ ਸੰਗੀ ਹੁੰਦਾ ਕੋਈ ਤਾਂ ਗੁਰੂ ਸਾਹਿਬ ਦਾ ਪ੍ਰਭਾਵ ਸਮਝਦੇ। ਜਦੋਂ ਕਦੇ ਆ ਕੇ ਸਤਿਗੁਰਾਂ ਦੀ ਸੰਗਤ ਹੀ ਨਹੀਂ ਕੀਤੀ ਤੇ ਇਹਨਾਂ ਨੂੰ ਕੀ ਪਤਾ ਲੱਗਣਾ ਸੀ ਵੀ ਗੁਰੂ ਸਾਹਿਬ ਦੀ ਮਹਿਮਾ ਕੀ ਹੈ, ਸਤਿਗੁਰਾਂ ਦਾ ਪ੍ਰਤਾਪ ਕੀ ਹੈ। ਗੁਰੂ ਸਾਹਿਬ ਦਾ ਪ੍ਰਤਾਪ ਤੇ ਪ੍ਰਭਾਵ ਤਾਂ ਹੀ ਜਾਣਦੇ ਜੇ ਜਾ ਕੇ ਸੰਗਤ ਕਰਦੇ। ਕੀਤਕ ਸਮਾ ਬਤੀਤਨ ਭਇਓ, ਇਸੇ ਤਰ੍ਹਾਂ ਖਾਲਸਾ ਜੀ ਕੁਝ ਸਮਾਂ ਬੀਤ ਗਿਆ। ਬਰਖਾ ਬਿਨਾ ਸਮੇਂ ਤਬ ਹੋਇਓ, ਆਹੀ ਮਹੀਨਾ ਸੀ ਜਿਹੜਾ ਹੁਣ ਚੱਲਦਾ ਭਾਦਰੋਂ ਦਾ। ਮੀਂਹ ਨਹੀਂ ਸੀ ਪੈਂਦਾ, ਹੁਮਸ ਹੋ ਰਹੀ ਸੀ ਔਰ ਬਹੁਤ ਜ਼ਿਆਦਾ ਗਰਮੀ ਸੀ। ਮਾਸ ਭਾਦਰ ਪਦ ਓੜ ਲਗੀ ਅਸ, ਭਾਦਰੋਂ ਦੀ ਓੜ ਲੱਗ ਗਈ, ਮੀਂਹ ਤੋਂ ਬਿਨਾ ਫਸਲਾਂ ਸੁੱਕਣ ਲੱਗੀਆਂ। ਸਭਈ ਸ਼ੁਸ਼ਕ ਹੋ ਗਈ ਵੱਡ ਸੱਸ, ਔਰ ਜਿੰਨੀ ਖੇਤੀ ਸੀ ਸਾਰੀ ਸੁੱਕਣ ਲੱਗੀ। ਭਾਦਰੋਂ ਦੇ ਮਹੀਨੇ ਦੀ ਓੜ ਲੱਗੀ ਹੋਈ, ਗੁੰਮ ਲੱਗਾ ਹੋਇਆ, ਫਸਲਾਂ ਸੁੱਕ ਗਈਆਂ, ਸੜ ਗਈਆਂ। ਪੂਰਬ ਜਹਾਂ ਪਿਖਤ ਹਰਿਆਈ, ਜਿੱਥੇ ਪਹਿਲਾਂ ਰਿਹਾਵਲ ਨਜ਼ਰ ਆਉਂਦੀ ਸੀ ਖੇਤਾਂ ਵਿੱਚ, ਹਰੀਆਂ ਫਸਲਾਂ ਨਜ਼ਰ ਆਉਂਦੀਆਂ ਸਨ। ਬਿਨ ਪਾਕੇ ਫਿਰ ਗਈ ਜ਼ਰਦਾਈ, ਪੱਕੇ ਬਿਨਾਂ ਹੀ ਕਹਿੰਦੇ ਪੀਲੀਆਂ ਪੈ ਗਈਆਂ। ਜਦੋਂ ਮੀਂਹ ਨਹੀਂ ਸੀ ਪੈਂਦਾ, ਅੱਜ ਵਾਂਗੂ ਸਾਧਨ ਨਹੀਂ ਸਨ ਹੁੰਦੇ ਸਿੰਚਾਈ ਦੇ, ਮੀਂਹਾਂ ਦੇ ਉੱਤੇ ਹੀ ਜ਼ਿਆਦਾ ਖੇਤੀ ਨਿਰਭਰ ਹੁੰਦੀ ਸੀ। ਮੀਂਹ ਨਾ ਪੈਣ ਕਰਕੇ ਫਸਲ ਦੇ ਉੱਤੇ ਜਰਦਾਈ ਫਿਰ ਗਈ, ਯਾਨੀ ਕਿ ਫਸਲ ਪੀਲੀ ਪੈ ਗਈ। ਹਵੈ ਨੈ ਅੰਨ ਤਰਸੇ ਗ੍ਰਾਮੀਨ, ਹੁਣ ਜਦੋਂ ਅੰਨ ਨਹੀਂ ਹੋਣਾ ਤੇ ਲੋਕਾਂ ਦੇ ਮਨ 'ਚ ਡਰ ਪੈਦਾ ਹੋ ਗਿਆ ਵੀ ਜੇ ਫਸਲ ਇਦਾਂ ਹੀ ਸੜ ਗਈ, ਘਰ 'ਚ ਅੰਨ ਨਾ ਆਇਆ ਤੇ ਸਾਲ ਕਿਵੇਂ ਲੰਘੇਗਾ ਸਾਡਾ ਅੰਨ ਤੋਂ ਬਿਨਾਂ। ਜਿੰਨੇ ਗ੍ਰਾਮੀਣ ਸਨ, ਯਾਨੀ ਕਿ ਇਹ ਖਹਿਰੇ ਜ਼ਿਮੀਂਦਾਰ ਜਾਂ ਖਡੂਰ ਸਾਹਿਬ ਦੇ ਨਿਵਾਸੀ ਸੀ, ਇਹ ਬਹੁਤ ਜ਼ਿਆਦਾ ਤਰਸੇ, ਬਹੁਤ ਜ਼ਿਆਦਾ ਡਰੇ। ਅਮਰੇ ਤੋ ਜੀਵਨ ਏਉ ਚੀਨ, ਜ਼ਿਮੀਂਦਾਰ ਜਿਹੜੇ ਸੀ ਸੋਚਦੇ ਨੇ ਸਾਰੇ, ਕਹਿੰਦੇ ਸਾਡਾ ਆਧਾਰ ਤਾਂ ਇਹ ਜ਼ਮੀਨ ਹੀ ਹੈ, ਫਸਲਾਂ ਹੀ ਨੇ, ਇਹਨਾਂ ਫਸਲ ਤੋਂ ਬਿਨਾਂ ਸਾਡਾ ਕਾਹਦਾ ਜੀਵਨ। ਇਹ ਫਸਲ ਹੀ ਸਾਡਾ ਆਧਾਰ ਹੈ, ਆਸਰਾ ਹੈ ਜੀਵਨ ਦਾ। ਬਿਨਾ ਅੰਨ ਤੇ ਬਹੁ ਦੁੱਖ ਪਾਏ, ਅੰਨ ਤੋਂ ਬਿਨਾਂ, ਇਸ ਫਸਲ ਤੋਂ ਬਿਨਾਂ ਅਸੀਂ ਬਹੁਤਾ ਦੁੱਖ ਪਾਵਾਂਗੇ, ਸਾਡੇ ਪਰਿਵਾਰ ਭੁੱਖੇ ਮਰਨਗੇ। ਸਕਲ ਕੁਟੰਬ ਕਹੋ ਕਿਆ ਖਾਏ, ਸਾਡਾ ਟੱਬਰ ਕੀ ਖਾਵੇਗਾ ਜੇ ਫਸਲ ਨਾ ਆਈ ਘਰ 'ਚ। ਇਦਾਂ ਹੀ ਫਸਲ ਸੁੱਕ ਸੜ ਗਈ ਪਾਣੀ ਬਿਨਾਂ, ਮੀਂਹ ਬਿਨਾਂ, ਤੇ ਸਾਡਾ ਟੱਬਰ, ਸਾਡਾ ਪਰਿਵਾਰ ਕੀ ਖਾਵੇਗਾ। ਤਨ ਤਨ ਤੇ ਅਰ ਪਸ਼ੂਨ ਸੰਗ, ਫਿਰ ਜਾਨਵਰ ਜਿਹੜੇ ਨੇ ਪਸ਼ੂ, ਉਹਨਾਂ ਵਾਸਤੇ ਵੀ ਹਰਾ ਲੱਭਣਾ ਔਖਾ ਹੋ ਗਿਆ। ਜਾਨਵਰਾਂ ਨੂੰ ਵੀ ਹਰਾ ਕਿੱਥੋਂ ਪਾਉਣ, ਘਾਹ ਪੱਠਾ ਜਾਨਵਰਾਂ ਵਾਸਤੇ ਵੀ ਨਾ ਲੱਭੇ। ਜੇ ਕਹਿੰਦੇ ਧਨ ਤੇ ਤਨ, ਇਹਨਾਂ ਦੋਨਾਂ ਤੋਂ ਬਿਨਾਂ ਸਾਡਾ ਗੁਜ਼ਰਾਨ ਕਿਵੇਂ ਚੱਲੇਗਾ। ਜੋ ਹਮ ਪਾਲਨ ਕਰੀ ਅਪੰਗ, ਇਹ ਜਿਹੜਾ ਸਾਡਾ ਪਸ਼ੂ ਧਨ ਹੈ, ਇਹ ਪਸ਼ੂ ਧਨ ਜਿਹੜਾ ਅਸੀਂ ਪਾਲਿਆ ਆਪਣੇ ਜੀਵਨ ਵਾਸਤੇ, ਇਹ ਪਸ਼ੂ ਧਨ ਹੀ ਨਾ ਰਿਹਾ ਤੇ ਸਾਡਾ ਗੁਜ਼ਰਾਨ ਕਿਵੇਂ ਚੱਲੇਗਾ। ਇਹ ਪਸ਼ੂ ਧਨ ਹੈ ਨਾ, ਜੇ ਅੰਨ ਧਨ ਹੈ, ਰੁਪਈਏ ਨੂੰ ਧਨ ਕਹਿੰਦੇ ਆ, ਤੇ ਜਿਹੜੇ ਜਾਨਵਰ ਪਸ਼ੂ ਨੇ, ਪਸ਼ੂ ਧਨ ਕਿਹਾ ਜਾਂਦਾ ਹੈ। ਆ ਹੁਣ ਵੀ ਪਿੱਛੇ ਜੀ ਬਿਮਾਰੀ ਫੈਲੀ ਪਸ਼ੂਆਂ ਵਿੱਚ, ਤੇ ਇਤਨੀ ਤਰਾਸਦੀ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਈ ਗਊਆਂ, ਜਿਹੜੀ ਦੁੱਧ ਦੇਣ ਵਾਲੇ ਪਸ਼ੂ, ਸਮਾਪਤ ਹੋ ਗਏ। ਰੋਂਦੇ ਕੁਰਲਾਉਂਦੇ ਦਿਸਦੇ ਕਿ ਸਾਡਾ ਤਾਂ ਸਭ ਕੁਝ ਹੈ ਹੀ ਇਹ ਸੀ। ਤੋ ਸਰਕਾਰਾਂ ਵੀ ਨਿਸ਼ਚਿੰਤ ਨੇ ਵੀ ਮਰਦੇ ਨੇ ਆਪੇ, ਕੁਝ ਸਮਾਂ ਰੋ ਧੋ ਕੇ ਆਪੇ ਬਾਅਦ ਵਿੱਚ ਫਿਰ ਉਹੀ ਉੱਥੇ ਹੀ ਆ ਜਾਣੀਆਂ ਸੁਰਤ, ਸਭ ਨੂੰ ਭੁੱਲ ਭੁਲਾ ਜਾਂਦਾ, ਸਭ ਕੁਝ ਜੋ ਹੋਵੇ ਹੋਵਾਏ। ਖੈਰ ਪਸ਼ੂ ਧਨ ਹੈ। ਉਹ ਕਹਿੰਦੇ ਵੀ ਹੁਣ ਹਰਿਆਵਲ ਨਹੀਂ ਹੈ,
ਖੇਤਾਂ ਵਿੱਚ ਹਰਾ ਚਾਰਾ ਨਹੀਂ ਰਿਹਾ ਤਾਂ ਇਹਨਾਂ ਪਸ਼ੂਆਂ ਦਾ ਕੀ ਬਣੇਗਾ? ਇਹ ਪਸ਼ੂ ਮਰ ਗਏ ਤੇ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ? ਜੇ ਬਰਖਾ ਅਬ ਹੋਵੇ ਨਾਈ, ਜੇ ਹੁਣ ਵਰਖਾ ਨਾ ਹੋਈ, ਓੜ ਲੱਗੀ ਐ, ਜੇ ਹੁਣ ਮੀਂਹ ਨਾ ਪਿਆ, ਨਿਜ ਪਰਿਵਾਰ ਕੋ ਤੋ ਨਿਰਬਾਹੀ, ਅਸੀਂ ਆਪਣੇ ਪਰਿਵਾਰ ਦਾ ਨਿਰਵਾਹ ਕਿਵੇਂ ਕਰਾਂਗੇ? ਸਾਡੇ ਟੱਬਰਾਂ ਦਾ ਨਿਰਵਾਹ ਕਿਵੇਂ ਚੱਲੇਗਾ? ਬਿਨ ਪਾਕੇ ਹੋਏ ਜਾਏ ਬਿਨਾਸ਼, ਪੱਕੇ ਬਿਨਾਂ ਹੀ ਫਸਲ ਸੜ ਜਾਣੀਆਂ, ਸੁੱਕ ਜਾਣੀਆਂ ਖੜੀ ਖੜੀ ਖੇਤ ਵਿੱਚ। ਕਹਾਂ ਅੰਨ ਕੀ ਪੂਜੇ ਆਸ, ਜੇ ਫਸਲ ਹੀ ਸੁੱਕ ਸੜ ਗਈ ਤੇ ਅੰਨ ਦੀ ਆਸ ਸਾਡੀ ਕਿੱਥੇ ਪੂਰੀ ਹੋਣੀ ਹੈ? ਹਮਰੇ ਨਿਕਟ ਦਰਬ ਕੁਛ ਨਾਈ, ਫਿਰ ਸਾਡੇ ਕੋਲ ਤਾਂ ਪੈਸਾ, ਸਾਡਾ ਇਹ ਜ਼ਮੀਨ ਫਸਲ ਹੀ ਹੈ, ਇਹੀ ਸਾਡੇ ਵਾਸਤੇ ਸਭ ਕੁਝ ਹੈ। ਤੇ ਜੇ ਹੁਣ ਇਹ ਫਸਲ ਨਾ ਰਹੀ ਤੇ ਸਾਡੇ ਕੋਲ ਤਾਂ ਪੈਸਾ ਵੀ ਕੋਈ ਨਹੀਂ ਜਿਹਦੇ ਨਾਲ ਅਸੀਂ ਅੰਨ ਖਰੀਦ ਲਵਾਂਗੇ। ਜਿਸ ਕੋ ਖਰਚ ਮੋਲ ਲੇਖਾਈ, ਤੇ ਜਿਸ ਧਨ ਨੂੰ ਖਰਚ ਕੇ ਅਸੀਂ ਮੁੱਲ ਖਰੀਦ ਕੇ ਖਾ ਲਵਾਂਗੇ, ਇੰਨੇ ਜੋਗੇ ਵੀ ਅਸੀਂ ਨਹੀਂ ਹਾਂ। ਇਤਿਆਦਿਕ ਚਿੰਤਾ ਗਲਤਾਨੀ, ਏਦਾਂ ਇਹ ਜਿੰਨੇ ਜ਼ਿਮੀਂਦਾਰ ਸਨ ਬੜੇ ਚਿੰਤਾ ਵਿੱਚ ਗਲਤ ਹੋ ਰਹੇ ਨੇ, ਬੜੇ ਦੁਖੀ ਹੋ ਕੇ ਝੁਰ ਰਹੇ ਨੇ। ਆਪਸ ਵਿਖੇ ਮਿਲੇ ਇੱਕ ਥਾਨੀ, ਸਾਰੇ ਇੱਕ ਜਗ੍ਹਾ ਤੇ ਪੰਚਾਇਤ ਕਰਕੇ ਇਕੱਠੇ ਹੋ ਕੇ ਮਿਲਦੇ ਨੇ, ਗੱਲਾਂ ਕਰਦੇ ਨੇ। ਕਹਿਤ ਪਏ ਜੋ ਵੱਡੇ ਕਹਾਵੇ, ਜਿਹੜੇ ਇਹਨਾਂ ਵਿੱਚੋਂ ਵੱਡੇ ਕਹਾਉਣ ਵਾਲੇ ਸਨ ਉਹ ਕਹਿਣ ਲੱਗੇ, ਪੁੱਛੋ ਪਾਂਦਾ ਜੇ ਕੰਨ ਆਵੇ, ਕਹਿੰਦੇ ਕਿਸੇ ਪੰਡਤ ਨੂੰ ਸੱਦ ਕੇ ਪੁੱਛੋ ਵੀ ਉਹ ਕੋਈ ਪੱਤਰੀ ਪੜ੍ਹ ਕੇ ਕੋਈ ਗ੍ਰਹਿ ਨਛੱਤਰ ਵੇਖ ਕੇ ਦੱਸੇ ਵੀ ਮੀਂਹ ਪੈਣਾ ਕਿ ਨਹੀਂ ਪੈਣਾ। ਕਿਸੇ ਪਾਂਧੇ ਨੂੰ, ਕਿਸੇ ਪੰਡਤ ਨੂੰ ਸੱਦ ਕੇ ਪੁੱਛੀਏ ਵੀ ਉਹ ਕੋਈ ਸਾਡੀਆਂ ਪੱਤਰੀਆਂ ਪੜ੍ਹੇ ਜਾਂ ਕੋਈ ਉਹਦੀ ਕੋਈ ਪੱਤਰੀ ਆ ਉਹ ਪੜ੍ਹ ਕੇ ਦੱਸੇ। ਕਰ ਹੈ ਸਕਲ ਕਹੇ ਜੋ ਸੋਏ, ਪਾਂਧਾ ਸਾਨੂੰ ਕੋਈ ਉਪਾਅ ਦੱਸ ਦੇਵੇ, ਜਿਹੜਾ ਉਪਾਅ ਦੱਸੇਗਾ ਅਸੀਂ ਉਹੀ ਕੁਝ ਕਰਾਂਗੇ। ਜਿਮ ਖੇਤੀ ਹਰਿਆਵਲ ਹੋਏ, ਇਹਦੇ ਨਾਲ ਸਾਡੀ ਖੇਤੀ ਹਰੀ ਭਰੀ ਹੋ ਜਾਏ, ਸਾਡੀਆਂ ਫਸਲਾਂ ਹਰੀਆਂ ਭਰੀਆਂ ਹੋ ਜਾਣ। ਸੁਨਤ ਏਕ ਤੇ ਦੂਸਰ ਕਹੇ, ਜਦੋਂ ਇੱਕ ਬੋਲਿਆ, ਇੱਕ ਕੋਲੋਂ ਸੁਣ ਕੇ ਲਾਗਿਓ ਦੂਜਾ ਬੋਲਿਆ, ਹਮਰੋ ਗੁਰੂ ਤਪਾ ਜੋ ਆਹੇ, ਕਹਿੰਦੇ ਪਾਂਧੇ ਕੋਲ ਕਾਹਨੂੰ ਜਾਣਾ? ਜਿਹੜਾ ਸਾਡਾ ਗੁਰੂ ਹੈ ਤਪਾ, ਆਪਾਂ ਉਹਨੂੰ ਚੱਲ ਕੇ ਮਿਲੀਏ, ਉਹਨੂੰ ਚੱਲ ਕੇ ਬੇਨਤੀ ਕਰੀਏ। ਕਰਾਮਾਤ ਯੁਤ ਮੈਂ ਹੋ ਭਾਖਤ, ਕਿਉਂਕਿ ਸਾਡਾ ਜਿਹੜਾ ਤਪਾ ਗੁਰੂ ਹੈ ਉਹ ਕਹਿੰਦਾ ਹੁੰਦਾ ਵੀ ਮੈਂ ਕਰਾਮਾਤੀ ਹਾਂ, ਕਿ ਮੈਂ ਅਜਮਤਵਾਨ ਹਾਂ, ਕਰਾਮਾਤ ਦੇ ਸਹਿਤ ਹਾਂ। ਸਭ ਤੇ ਵੱਡਾ ਤੇਜ ਜੋ ਰਾਖਤ, ਕਹਿੰਦਾ ਮੇਰੇ 'ਚ ਬੜਾ ਵੱਡਾ ਤੇਜ ਹੈ, ਮੈਂ ਬੜੇ ਵੱਡੇ ਪ੍ਰਤਾਪ ਦਾ ਤੇਜ ਦਾ ਮਾਲਕ ਹਾਂ। ਸਕਲ ਗ੍ਰਾਮ ਕੋ ਹੈ ਹਿਤਕਾਰੀ, ਔਰ ਉਹ ਕਹਿੰਦਾ ਵੀ ਮੈਂ ਸਾਰੇ ਪਿੰਡ ਦਾ ਹਿਤੈਸ਼ੀ ਹਾਂ, ਸਾਰੇ ਖਡੂਰ ਸਾਹਿਬ ਦਾ ਮੈਂ ਹਿਤਕਾਰੀ ਹਾਂ। ਜੋ ਸਮੁਦਾਏ ਬਿਗਨ ਦੇ ਟਾਰੀ, ਕਹਿੰਦਾ ਜਿਹੜਾ ਕੋਈ ਬਿਗਨ ਆਵੇਗਾ ਤੁਹਾਡੇ ਤੇ ਮੈਂ ਟਾਲਾਂਗਾ। ਉਹ ਅੱਗੇ ਕਹਿੰਦਾ ਹੁੰਦਾ ਆਪਾਂ ਨੂੰ, ਸਾਡਾ ਤਪਾ ਗੁਰੂ ਹੈ, ਉਹ ਕਹਿੰਦਾ ਹੁੰਦਾ ਵੀ ਮੈਂ ਤੁਹਾਡਾ ਹਾਂ ਹਿਤੈਸ਼ੀ, ਜੇ ਤੁਹਾਡੇ ਤੇ ਕੋਈ ਦੁੱਖ ਆਵੇਗਾ, ਮੁਸੀਬਤ ਆਵੇਗੀ ਤੇ ਮੈਂ ਤੁਹਾਡੇ ਦੁੱਖ ਮੁਸੀਬਤ ਨੂੰ ਟਾਲਾਂਗਾ। ਹਮਰੀ ਤ੍ਰਿਆ ਲੈ ਜਾਵੇਂ ਬਾਲਿਤ, ਆ ਵੇਖੋ ਕਈ ਵਾਰੀ ਅਸੀਂ ਪਤਿਆ ਕੇ ਅਜਮਾ ਕੇ ਵੇਖਿਆ ਵੀ ਜਦੋਂ ਸਾਡੀਆਂ ਘਰ ਵਾਲੀਆਂ ਕੋਈ ਨਿੱਕਾ ਨਿਆਣਾ ਘਰ ਦੇ ਵਿੱਚ ਕੋਈ ਕਿਸੇ ਪ੍ਰਕਾਰ ਨਾਲ ਪਰੇਸ਼ਾਨ ਹੁੰਦਾ ਜਾਂ ਰੋਂਦਾ ਹੈ, ਮੰਤਰਨ ਤੇ ਦੁੱਖ ਦਾਰਿਦ ਟਾਲਿਕ, ਇਸਤਰੀਆਂ ਸਾਡੀਆਂ ਨਿਆਣੇ ਬਾਬਾ ਜੀ ਕੋਲ ਲੈ ਜਾਂਦੀਆਂ ਨੇ, ਤਪੇ ਜੀ ਦੇ ਕੋਲ, ਤੇ ਤਪਾ ਕੋਈ ਮੰਤਰ ਪੜਦਾ, ਫੂਕਦਾ, ਉੱਤੇ ਹੱਥ ਹੌਲਾ ਕਰਦਾ ਤੇ ਸਾਡੇ ਬੱਚੇ ਠੀਕ ਹੋ ਜਾਂਦੇ ਆ। ਉਹ ਇਦਾਂ ਦਾ ਕੋਈ ਝਾੜਾ ਫਾਂਡਾ ਪਾਉਂਦਾ ਮੰਤਰ ਤੰਤਰ ਪੜ ਕੇ ਤੇ ਸਾਡੇ ਨਿਆਣੇ ਠੀਕ ਹੋ ਜਾਂਦੇ ਨੇ। ਹੁੰਦੇ ਨਹੀਂ ਬਈ ਭਲਾ, ਏਦਾਂ ਗੱਲਾਂ ਕਰਦੇ ਆਪਸ ਵਿੱਚ ਖਲੋਤੇ, ਕਹਿੰਦੇ ਵੇਖੋ ਇਹ ਤਾਂ ਆਪਾਂ ਅਜਮਾ ਕੇ ਪਰਖ ਕੇ ਵੇਖਿਆ ਹੋਇਆ ਹੈ। ਸੰਕਟ ਅਪਰ ਅਨੇਕ ਨਿਵਾਰੇ, ਉਹ ਸਾਡੇ ਸਾਰੇ ਸੰਕਟ, ਸਾਡੇ ਸਾਰੇ ਦੁੱਖ ਨਿਵਾਰਦਾ ਹੈ। ਸ਼ਕਤਵੰਤ ਹੈ ਸੁਖ ਦਾਤਾਰੇ, ਉਹ ਬੜਾ ਸ਼ਕਤੀ ਵਾਲਾ ਹੈ, ਸਾਨੂੰ ਸੁਖ ਦੇਵੇਗਾ, ਮੈਨੂੰ ਇਹ ਭਰੋਸਾ ਹੈ। ਤਿਸ ਟਿਗ ਮਿਲ ਕਰ ਚਲ ਹੋ ਸਾਰੇ, ਜਦੋਂ ਆਪਾਂ ਇਕੱਠੇ ਤਾਂ ਹੋਏ ਹੀ ਆ,
ਆਪਾਂ ਸਾਰੇ ਇਕੱਠੇ ਰਲ ਕੇ ਚੱਲੀਏ ਤਪਾ ਜੀ ਦੇ ਕੋਲ। ਕਛ ਮਿਸ਼ਟਾਨ ਲੈ ਧਰੋ ਅਗਾਰੇ। ਥੋੜਾ ਬਹੁਤਾ ਮਿਸ਼ਟਾਨ ਲੈ ਚੱਲੋ, ਉਹ ਮਿਸ਼ਟਾਨ ਜਾ ਕੇ ਤਪਾ ਜੀ ਦੇ ਚਰਨਾਂ 'ਚ ਭੇਟ ਕਰਾਂਗੇ। ਕਰੇ ਬੇਨਤੀ ਪਰ ਕੈ ਪਾਏ। ਔਰ ਉਹਨਾਂ ਦੇ ਚਰਨੀ ਪੈ ਕੇ ਉਹਨਾਂ ਨੂੰ ਬੇਨਤੀ ਕਰਾਂਗੇ। ਤਿਸ ਤੇ ਜਾਚੋ ਬਰਖਾ ਆਏ। ਔਰ ਤਪਾ ਜੀ ਨੂੰ ਕਵਾਂਗੇ ਵੀ ਤਪਾ ਜੀ ਮੀਂਹ ਪਾਓ। ਉਹਨਾਂ ਨੂੰ ਜਾ ਕੇ ਉਹਨਾਂ ਕੋਲੋਂ ਮੰਗ ਕਰਾਂਗੇ ਵੀ ਤਪਾ ਜੀ ਅਸੀਂ ਤੁਹਾਡੇ ਸੇਵਕ ਹਾਂ, ਸਾਡੀਆਂ ਫਸਲਾਂ ਸੁੱਕਦੀਆਂ ਨੇ ਤੇ ਤੁਸੀਂ ਮੀਂਹ ਵਰਸਾਓ। ਅਸ ਮਸਲਤ ਕਰ ਬ੍ਰਿਧ ਸਭ ਲੀਨੇ। ਇਦਾਂ ਦੀ ਸਲਾਹ ਕਰਕੇ ਇਹਨਾਂ ਨੇ ਜਿਹੜੇ ਆਪਣੇ ਵੱਡੇ ਸੀ ਨਾ, ਜਿਹੜੇ ਮੁਖੀ ਸਨ, ਉਹਨਾਂ ਵੱਡਿਆਂ ਨੂੰ ਮੁਖੀਆਂ ਨੂੰ ਲਿਆ ਨਾਲ। ਗਏ ਤਪੇ ਟਿਗ ਚਿੰਤਾ ਕੀਨੇ। ਬੜੇ ਚਿੰਤਾ ਵਿੱਚ ਗਲਤ ਹੋਏ, ਬੜੇ ਪਰੇਸ਼ਾਨੀ ਦੇ ਆਲਮ ਚ ਭਿੱਜੇ ਹੋਏ ਆਪਣੇ ਤਪੇ ਪਖੰਡੀ ਗੁਰੂ ਕੋਲ ਆਏ। ਗਾਦੀ ਕੋ ਲਗਾਏ ਸੋ ਬੈਸਾ। ਅੱਗੇ ਤਪਾ ਗੱਦੀ ਲਾ ਕੇ ਵੱਡਾ ਜਿਹਾ ਸਰਾਣਾ ਰੱਖ ਕੇ ਪਿਛਲੇ ਪਾਸੇ ਬੈਠਾ ਹੋਇਆ। ਸਮਦ ਦਮ ਤਰ ਮੂਰਤ ਜੈਸਾ। ਕਹਿੰਦੇ ਮੰਨ ਲਓ ਵੀ ਹੰਕਾਰ ਤੇ ਪਖੰਡ ਦੋਨਾਂ ਨੇ ਤਪੇ ਦੀ ਮੂਰਤ ਧਾਰਨ ਕੀਤੀ ਐ ਇਸ ਧਰਤੀ ਤੇ ਇੱਥੇ ਆ ਕੇ ਗੱਦੀ ਲਾ ਕੇ ਬੈਠਾ। ਦੋ ਚੀਜ਼ਾਂ, ਇੱਕ ਹੰਕਾਰ ਤੇ ਦੂਜਾ ਪਖੰਡ। ਕਹਿੰਦੇ ਹੰਕਾਰ ਤੇ ਪਖੰਡ ਨੇ ਦੇਹ ਧਾਰੀ ਐ ਇਸ ਤਪੇ ਦੀ, ਔਰ ਉਹ ਬੈਠਾ ਹੋਇਆ। ਧਰਿਓ ਅਗਾਰੀ ਕਰ ਮਿਸ਼ਟਾਨ। ਇਹ ਜ਼ਿਮੀਂਦਾਰ ਜਿਹੜੇ ਇਹਨਾਂ ਵਿੱਚੋਂ ਮੁਖੀ ਸਨ ਸਾਰੇ ਉਹ ਆਏ। ਉਹਨਾਂ ਨੇ ਅੱਗੇ ਲਿਆ ਕੇ ਥੋੜਾ ਬਹੁਤਾ ਕੋਈ ਮਿਸ਼ਟਾਨ ਸੀ ਮਿੱਠਾ, ਉਹ ਧਰਿਆ ਤਪੇ ਦੇ ਮੂਹਰੇ। ਨਮੋ ਸਬਨ ਕਰ ਬੰਦੇ ਪਾਨ। ਸਾਰਿਆਂ ਨੇ ਸਿਰ ਝੁਕਾ ਕੇ ਤਪੇ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਬ੍ਰਿਧਨ ਤਿਸ ਕੋ ਜਸਬੋ ਭਾਖਾ। ਜਿਹੜੇ ਉਹ ਵੱਡੇ ਸੀ ਜ਼ਿਮੀਂਦਾਰਾਂ 'ਚ ਖਹਿਰਿਆਂ 'ਚ, ਉਹਨਾਂ ਨੇ ਤਪੇ ਦੀ ਬੜੀ ਮਹਿਮਾ ਕੀਤੀ। ਪਹਿਲਾਂ ਤਪੇ ਦਾ ਸੁਜਸ ਕੀਤਾ। ਤੁਮ ਪੂਰੋ ਬਹੁਤਨ ਅਬਿਲਾਖਾ। ਕਹਿਣ ਲੱਗੇ ਤਪਾ ਜੀ ਤੁਸੀਂ ਬਹੁਤਿਆਂ ਦੀਆਂ ਵਿਲਾਖਾਂ ਪੂਰੀਆਂ ਕਰਦੇ ਹੋ। ਸਾਡੇ ਨਿਆਣੇ ਬਿਮਾਰ ਹੋ ਜਾਣ ਤਾਂ ਤੁਸੀਂ ਉਹਨਾਂ ਨੂੰ ਠੀਕ ਕਰਦੇ ਜੇ। ਕੋਈ ਮਾਲ ਡੰਗਰ ਪਸ਼ੂ ਬਿਮਾਰ ਹੋ ਜਾਏ ਤਾਂ ਤੁਸੀਂ ਪੇੜਾ ਜਾਂ ਵੱਟ ਕੇ ਦਿੰਦੇ ਹੋ, ਕਿੱਲੇ ਤੇ ਮੰਤਰ ਪੜ੍ਹ ਕੇ ਦੇ ਦਿੰਦੇ ਹੋ। ਸਾਡੇ ਜਾਨਵਰ ਰਾਜੀ ਹੋ ਜਾਂਦੇ ਐ, ਤੁਸੀਂ ਸਾਡੀਆਂ ਬਹੁਤਿਆਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਹੋ। ਅਜ਼ਮਤਵਾਨ ਮਹਾਨ ਪਛਾਨੇ। ਅਸੀਂ ਤੁਹਾਨੂੰ ਬੜਾ ਅਜ਼ਮਤਵਾਨ ਕਰਾਮਾਤੀ ਪੁਰਖ ਜਾਣਦੇ ਹਾਂ। ਉਹ ਆਵਤ ਤੁਮ ਟਿਗ ਦੁਖ ਹਾਨੀ। ਬਹੁਤੇ ਲੋਕ ਆਉਂਦੇ ਤੁਹਾਡੇ ਕੋਲ, ਤੁਸੀਂ ਬਹੁਤਿਆਂ ਦੇ ਦੁੱਖ ਦੂਰ ਕਰਦੇ ਹੋ। ਜਾਂ ਤੇਰਾਵਰ ਕੀ ਬੋ ਕੀਰਤ। ਇਸ ਕਰਕੇ ਤਪਾ ਜੀ ਤੁਹਾਡੀ ਬੜੀ ਵਡਿਆਈ ਆ ਸਾਰੇ ਪਾਸੇ, ਤੁਹਾਡੀ ਬੜੀ ਕੀਰਤੀ ਤੇ ਸੋਭਾ ਹੁੰਦੀ ਹੈ ਚਾਰੇ ਪਾਸੇ। ਐ ਸਮੁਦਾਇ ਗ੍ਰਾਮ ਬਿਸਤੀਰਤ। ਔਰ ਕੇਵਲ ਸਾਡਾ ਪਿੰਡ ਹੀ ਨਹੀਂ, ਆਲੇ ਦੁਆਲੇ ਬਹੁਤ ਸਾਰੇ ਪਿੰਡਾਂ ਦੇ ਲੋਕ ਤੁਹਾਡੀ ਕੀਰਤੀ ਕਰਦੇ ਹਨ। ਸਭ ਚਲ ਆਏ ਸ਼ਰਨ ਤੁਮਾਰੀ। ਅਸੀਂ ਸਭ ਤੁਹਾਡੀ ਸ਼ਰਨ 'ਚ ਚੱਲ ਕੇ ਆਏ ਹਾਂ, ਤੁਹਾਡੀ ਪਨਾਹ ਵਿੱਚ ਆਏ ਹਾਂ ਤਪਾ ਜੀ। ਅਬੇ ਕਾਮਨਾ ਪੁਰਵ ਹਮਾਰੀ। ਤਪਾ ਜੀ ਸਾਡੀ ਕਾਮਨਾ ਪੂਰੀ ਕਰੋ, ਅਸੀਂ ਤੁਹਾਡੀ ਪਨਾਹ ਵਿੱਚ ਹਾਂ। ਸੁਨ ਕਰ ਤਪਾ ਹਰਖ ਕੈ ਗਰਬਾ। ਸੁਣ ਕੇ ਤਪਾ ਬੜੇ ਹੰਕਾਰ ਦੇ ਵਿੱਚ ਬੜਾ ਖੁਸ਼ ਹੋਇਆ ਵੀ ਮੇਰੇ ਕੋਲ ਆਏ ਮੇਰੀ ਸੋਭਾ ਕਰਦੇ ਆ। ਬੜੇ ਹੰਕਾਰ ਦੇ ਵਿੱਚ ਖੁਸ਼ ਬੜਾ ਹੋਇਆ ਵੀ ਮੈਨੂੰ ਆ ਕੇ ਮੱਥਾ ਟੇਕਦੇ ਆ, ਮੇਰੀ ਵਡਿਆਈ ਕਰਦੇ ਆ। ਮਮ ਅਨੁਸਾਰ ਸਦਾ ਰਹਿ ਸਰਬਾ। ਇਹ ਸਦਾ ਮੇਰੇ ਅਨੁਸਾਰ ਹੀ ਹੋ ਕੇ ਚੱਲਦੇ ਨੇ, ਮੇਰੀ ਆਗਿਆ ਵਿੱਚ ਰਹਿੰਦੇ ਹਨ। ਪਿੱਖੋਂ ਤੁਮਾਰੀ ਭਗਤ ਬਿਸਾਲਾ। ਕਹਿਣ ਲੱਗਾ ਮੈਂ ਤੁਹਾਡੀ ਭਗਤੀ ਵੇਖਦਾ, ਤੁਸੀਂ ਮੇਰੀ ਭਗਤੀ ਕਰਦੇ ਹੋ, ਮੇਰੇ ਅਨੁਸਾਰ ਹੀ ਹੋ ਕੇ ਚੱਲਦੇ ਹੋ। ਕਰੋ ਕਾਮਨਾ ਦਿਓ ਦਰ ਹਾਲਾ। ਜਿਹੜੀ ਕਾਮਨਾ ਤੁਸੀਂ ਕਰਦੇ ਹੋ ਮੇਰੇ ਕੋਲ, ਮੈਂ ਉਸੇ ਵੇਲੇ ਤੁਹਾਡੀ ਉਹ ਕਾਮਨਾ ਪੂਰੀ ਕਰਦਾ ਹਾਂ। ਤੁਮ ਮੇਰੇ ਹੋ ਸੇਵਕ ਸਾਰੇ। ਤੁਸੀਂ ਸਾਰੇ ਮੇਰੇ ਸੇਵਕ ਹੋ, ਮੇਰੀ ਆਰਾਧਨਾ ਕਰਨ ਵਾਲੇ ਮੇਰੇ ਭਗਤ ਹੋ। ਪੂਜੋ ਚਰਨ ਦੇਹ ਦੁਖ ਟਾਰੇ। ਤੁਸੀਂ ਮੇਰੇ ਚਰਨ ਪੂਜਦੇ ਹੋ ਤੇ ਮੈਂ ਤੁਹਾਡੇ ਦੁੱਖ ਦੂਰ ਕਰਦਾ।
ਤੁਸੀਂ ਜਦੋਂ ਮੈਨੂੰ ਪੈਰਾਂ ਤੇ ਆ ਕੇ ਮੇਰਿਆਂ ਤੇ ਮੱਥਾ ਟੇਕਦੇ ਹੋ, ਮੈਂ ਤੁਹਾਡਾ ਦੁੱਖ ਦੂਰ ਕਰਦਾ ਹਾਂ। ਸੁਨ ਕੈ ਰਾਹਕ ਬਿਨੇ ਬਖਾਨੀ, ਸੁਣ ਕੇ ਅੱਗੋਂ ਜਿੰਨੇ ਜ਼ਿਮੀਦਾਰ ਸੀ ਬੋਲੇ, ਕਹਿਣ ਲੱਗੇ ਸੁਨੋ ਤਪਾ ਜੀ ਦੁਰਲਭ ਪਾਨੀ। ਕਹਿਣ ਲੱਗੇ ਤਪਾ ਜੀ ਸੁਣੋ, ਅਸੀਂ ਜਿਹੜੀ ਫਰਿਆਦ ਲੈ ਕੇ ਆਏ ਆ, ਭਾਦਰੋਂ ਦਾ ਮਹੀਨਾ ਓੜ ਲੱਗੀ ਐ, ਮੀਂਹ ਕੋਈ ਨਹੀਂ ਪੈਂਦਾ, ਸਾਡੀਆਂ ਫਸਲਾਂ ਸੁੱਕ ਸੜ ਰਹੀਆਂ ਹਨ। ਪ੍ਰਥਮ ਪਈ ਬਰਖਾ ਬੋਤਰਾ, ਪਹਿਲਾਂ ਬੜਾ ਮੀਂਹ ਪਿਆ, ਰੱਜ ਕੇ ਚੰਗੀ ਤਰ੍ਹਾਂ ਵਰਖਾ ਹੋਈ। ਤੀਜੇ ਖੇਤ ਉਗੇ ਰੰਗ ਹਰਾ, ਅਸੀਂ ਵੇਖਿਆ ਵੀ ਮੌਸਮ ਵਧੀਆ, ਮੀਂਹ ਪੈਂਦਾ ਤੇ ਅਸੀਂ ਫਸਲਾਂ ਬੀਜ ਦਿੱਤੀਆਂ। ਜਿਹੜਾ ਘਰ 'ਚ ਬੀਜ ਪਿਆ ਸੀ ਉਹ ਸਾਰਾ ਖੇਤਾਂ ਵਿੱਚ ਬੀਜ ਦਿੱਤਾ। ਬ੍ਰਿਧੀ ਅਰੋਗ ਬੜੀ ਜਬ ਹੋਈ, ਤੇ ਫਸਲ ਹੋਈ ਵੀ ਬੜੀ ਵਧੀਆ, ਕੋਈ ਬਿਮਾਰੀ ਨਹੀਂ ਪਈ ਫਸਲ ਨੂੰ, ਅਰੋਗ ਹੋ ਕੇ ਚੰਗੀ ਵਧੀ ਫੁੱਲੀ। ਹਟੇ ਮੇਘ ਨਭ ਆਏ ਨਾ ਕੋਈ, ਆ ਮਹੀਨੇ ਖੰਡ ਤਾਈਂ ਹੋਣੇ ਫਸਲਾਂ ਪੱਕ ਜਾਣੀਆਂ ਸਨ, ਪਰ ਅਚਾਨਕ ਮੀਂਹ ਨਹੀਂ ਪਿਆ ਪੈਂਦਾ, ਓੜ ਲੱਗ ਗਈ ਐ। ਬੀਤੇ ਉਹ ਕਿਤਕ ਕਾਲ ਬਿਨ ਪਾਣੀ, ਬਿਨਾਂ ਮੀਂਹ ਤੋਂ ਪਾਣੀ ਤੋਂ ਕਈ ਦਿਨ ਬੀਤ ਗਏ ਨੇ, ਫਸਲ ਸਾਡੀ ਖੇਤਾਂ 'ਚ ਖੜੀ ਖੜੋਤੀ ਸੁੱਕ ਰਹੀ ਹੈ। ਹਰੀ ਹੁਤੀ ਸਕਲੀ ਕੋਮਲਾਨੀ, ਮਹਾਰਾਜ ਤਪਾ ਜੀ ਕੀ ਦਸੀਏ, ਹੌਲ ਪੈਂਦੇ ਆ ਸਾਨੂੰ। ਫਸਲ ਵੇਖ ਕੇ ਜਿਹੜੀ ਚੰਗੀ ਭਲੀ ਹਰੀ ਭਰੀ ਫਸਲ ਸੀ ਉਹ ਹੁਣ ਪੀਲੀ ਪੈ ਗਈ ਐ। ਵਹਿਰ ਅੰਨ ਜੇ ਹੋਏ ਹੋ ਨਾਈ, ਤੇ ਤਪਾ ਜੀ ਜੇ ਬਾਹਰ ਖੇਤਾਂ ਵਿੱਚ ਫਸਲਾਂ ਵਿੱਚ ਸਾਡਾ ਅੰਨ ਨਾ ਹੋਇਆ, ਸ਼ੰਕਾ ਹਮਰੇ ਜੀਵਨ ਮਾਈ, ਤੇ ਫਸਲ ਤੋਂ ਬਿਨਾਂ ਤਾਂ ਸਾਡੇ ਜੀਵਨ 'ਚ ਸ਼ੰਕਾ ਹੈ, ਫਸਲ ਬਿਨਾਂ ਸਾਡੇ ਜੀਵਨੇ ਔਖੇ ਨੇ। ਜਾਂ ਤੇ ਕਰੁਣਾ ਕਰੋ ਮਾਨੀ, ਪੈਸਾ ਸਾਡੇ ਕੋਲ ਹੈ ਨਹੀਂ ਵੀ ਅਸੀਂ ਖਰੀਦ ਕੇ ਖਾ ਲਵਾਂਗੇ, ਇਸ ਕਰਕੇ ਤਪਾ ਜੀ ਤੁਸੀਂ ਸਾਡੇ ਤੇ ਤਰਸ ਕਰੋ, ਦਇਆ ਕਰੋ। ਜਿਸ ਤੇ ਕੰਨ ਹੋਏ ਮੋਚੇ ਪਾਨੀ, ਜਿਹਦੇ ਨਾਲ ਮੀਂਹ ਪਵੇ ਤੇ ਮੀਂਹ ਦੇ ਨਾਲ ਆਕਾਸ਼ ਵਿੱਚ ਬੱਦਲ ਛਾਣ, ਕਾਲੀਆਂ ਘਟਾਵਾਂ ਆਵਣ ਤੇ ਮੀਂਹ ਵਰਸੇ ਧਰਤੀ ਉੱਤੇ। ਸੁਨਤ ਤਪੇ ਨੇ ਬਾਤ ਵਿਚਾਰੀ, ਸੁਣ ਕੇ ਤਪੇ ਨੇ ਇਹਨਾਂ ਦੀ ਗੱਲ ਵਿਚਾਰੀ। ਤਪੇ ਦੇ ਹੁਣ ਇੰਨਾ ਵਸ ਕਿੱਥੇ ਵੀ ਉਹ ਮੀਂਹ ਪਾਣ ਦੀ ਤਾਕਤ ਰੱਖਦਾ ਹੋਵੇ ਪਖੰਡੀ, ਉਹ ਤਾਂ ਲੋਕਾਂ ਨੂੰ ਗੁੰਮਰਾਹ ਕਰਦਾ ਸੀ। ਤੋ ਤਪਾ ਪਖੰਡੀ ਸੋਚਦਾ, ਮਨ ਹੀ ਮਨ ਵਿਚਾਰ ਕਰਦਾ ਇਹਨਾਂ ਦੀ ਗੱਲ ਸੁਣ ਕੇ। ਉਤੋ ਗੁਰੂ ਸੋ ਮਤ ਸਰ ਭਾਰੀ, ਇਹ ਪਖੰਡੀ ਸਤਿਗੁਰਾਂ ਨਾਲ ਬੜੀ ਈਰਖਾ ਕਰਦਾ ਸੀ ਇਹ ਤਪਾ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨਾਲ ਬਹੁਤੀ ਭਾਰੀ ਈਰਖਾ ਦੀ ਅੱਗ 'ਚ ਸੜਦਾ ਸੀ। ਆਏ ਵੈਰ ਤੇ ਸਿੱਖ ਕਨੇਰੇ, ਸੋਚਦਾ ਰਹਿੰਦਾ ਸੀ ਵੀ ਗੁਰੂ ਜੀ ਦੇ ਕੋਲ ਬੜੀ ਸਿੱਖੀ ਸੇਵਕੀ ਆਉਂਦੀ ਹੈ, ਮਹਾਰਾਜ ਜੀ ਦੇ ਚਰਨਾਂ ਵਿੱਚ ਤਾਂ ਜੋੜ ਮੇਲਾ ਲੱਗਾ ਹੀ ਰਹਿੰਦਾ ਸੀ ਗੁਰੂ ਅੰਗਦ ਸਾਹਿਬ ਦੇ ਪਾਸ। ਇਹ ਵੇਖਦਾ ਸੀ ਵੀ ਉਹਨਾਂ ਦੇ ਕੋਲ ਤਾਂ ਬੜੇ ਸਿੱਖ ਆਉਂਦੇ ਨੇ। ਰਹਿਤ ਨਿਕਟ ਪੁਨ ਗਮ ਨੇ ਡੇਰੇ, ਕਈ ਉਹਨਾਂ ਦੇ ਕੋਲ ਰਹਿੰਦੇ ਨੇ, ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਕੋਲੋਂ ਆਗਿਆ ਲੈ ਕੇ ਜਾਂਦੇ ਹਨ। ਤਿਨ ਕੋ ਦੇਖ ਦੁਖਤ ਮਨ ਮਾਈ, ਉਹਨਾਂ ਦੀ ਸੋਭਾ ਵੇਖ ਕੇ ਨਾ ਗੁਰੂ ਸਾਹਿਬ ਦੀ ਵੀ ਉਹਨਾਂ ਕੋਲ ਬੜੀ ਸਿੱਖੀ ਸੇਵਕੀ ਹੈ, ਇਹ ਬੜਾ ਦੁਖੀ ਹੁੰਦਾ ਸੀ ਵੀ ਮੇਰੇ ਕੋਲ ਤਾਂ ਗਿਣੇ ਚੁਣੇ ਜਿਹੇ ਆਉਂਦੇ ਆ ਬੰਦੇ, ਪਰ ਗੁਰੂ ਅੰਗਦ ਸਾਹਿਬ ਦੇ ਕੋਲ ਤਾਂ ਬੜੇ ਸਿੱਖ ਆਉਂਦੇ ਆ, ਬੜੇ ਦੂਰੋਂ ਦੂਰੋਂ ਲੋਕ ਆਉਂਦੇ ਆ, ਬੜੀ ਸੋਭਾ ਉਹਨਾਂ ਦੀ। ਸਤਿਗੁਰਾਂ ਦੀ ਸੋਭਾ ਵੇਖ ਵੇਖ ਕੇ ਸੜਦਾ ਸੀ ਮਨ ਵਿੱਚ। ਗੁਰਤਾ ਗੁਰਨ ਸਹਿ ਸਕੇ ਸਕਨਾਈ, ਸਤਿਗੁਰਾਂ ਦੀ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਮਹਾਰਾਜ ਜੀ ਨੂੰ ਮਿਲੀ ਹੈ, ਉਹਨੂੰ ਇਹ ਸਹਿ ਨਹੀਂ ਸੀ ਸਕਦਾ, ਉਹਨੂੰ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ। ਮਹਾ ਤਪੇ ਚਿਤ ਚਿੰਤਾ ਧਰਤਾ, ਤੇ ਇਹ ਤਪਾ ਬੜਾ ਚਿੰਤਾ ਵਿੱਚ ਵੀ ਰਹਿੰਦਾ ਸੀ, ਇਸ ਨੂੰ ਇਸ ਗੱਲ ਦਾ ਫਿਕਰ ਤੇ ਚਿੰਤਾ ਵੀ ਹੁੰਦੀ ਹੈ। ਨਿਸ ਦਿਨ ਮਹਾ ਅਸੂਇਆ ਕਰਤਾ, ਰਾਤ ਦਿਨ ਸਤਿਗੁਰਾਂ ਨਾਲ ਈਰਖਾ ਕਰਦਾ, ਰਾਤ ਦਿਨ ਈਰਖਾ ਦੀ ਅੱਗ ਦੇ ਵਿੱਚ ਸੜਦਾ ਮਲੇਛ। ਖੈਰੇ ਸੇਵਕ ਹੈ ਮਿਤ ਮੇਰੇ, ਚਿੰਤਾ ਇਹ ਕਰਦਾ ਸੀ ਵੀ ਇਹ ਜਿਹੜੇ ਖਹਿਰੇ ਜ਼ਿਮੀਂਦਾਰ ਨੇ ਖਡੂਰ ਸਾਹਿਬ ਵਾਲੇ, ਇਹ ਮੇਰੇ ਸੇਵਕ ਨੇ, ਮੇਰੇ ਮਿੱਤਰ ਨੇ। ਨੈ ਪਰਮਾਏ ਜਾਏ ਤਿਸ ਡੇਰੇ, ਚਿੰਤਾ ਇਹਨੂੰ ਇਸ ਗੱਲ ਦੀ ਰਹਿੰਦੀ ਸੀ ਵੀ ਕਿਤੇ ਇਹ ਭਰਮ ਕੇ ਗੁਰੂ ਅੰਗਦ ਸਾਹਿਬ ਕੋਲ ਨਾ ਜਾਣ ਲੱਗ ਪੈਣ। ਇਹਨਾਂ ਕਰਕੇ ਮੇਰਾ ਤੋਰੀ ਫੁਲਕਾ ਚੱਲਦਾ ਹੈ,
ਵੀ ਜੇ ਚਲੇ ਗਏ ਕਿਤੇ ਵੀ ਭਰਮ ਕੇ ਉਧਰ ਟੁਰ ਗਏ, ਗੁਰੂ ਅੰਗਦ ਸਾਹਿਬ ਭਰਮਾ ਕੇ ਨਾ ਬੁਲਾ ਲੈਣ, ਤੇ ਮੇਰਾ ਇਹ ਜਿਹੜਾ ਮਾੜਾ ਮੋਟਾ ਸਤਕਾਰ ਬਣਿਆ ਹੋਇਆ ਇਹ ਵੀ ਜਾਂਦਾ ਰਹਿਣਾ। ਇਸ ਗੱਲ ਦੀ ਫਿਕਰ ਤੇ ਚਿੰਤਾ ਇਹਨੂੰ ਬਣੀ ਰਹਿੰਦੀ ਹੈ ਪਾਪੀ ਨੂੰ। ਜਾਂ ਤੇ ਡਰਤ ਰਹਿਤ ਉਰਮਾਏ, ਰਾਤ ਦਿਨ ਮਨ 'ਚ ਇਹੀ ਡਰ ਇਹਨੂੰ ਖਾਈ ਜਾਂਦਾ ਹੈ। ਰਾਤ ਦਿਨ ਇਸੇ ਡਰ ਦੇ ਵਿੱਚ, ਸਹਿਮ ਦੇ ਵਿੱਚ ਰਹਿੰਦਾ ਏ ਤਪਾ। ਨਿਸਬਾ ਸੁਰਬੋ ਨਿੰਦ ਕਰਾਹੇ, ਰਾਤ ਦਿਨ ਜਦੋਂ ਵੀ ਉਹ ਜ਼ਿਮੀਂਦਾਰ ਆ ਕੇ ਬਹਿ ਜਾਣੇ ਨੇ ਨਿੰਦਾ ਹੀ ਕਰਨੀ ਸਤਿਗੁਰਾਂ ਦੀ। ਇਹਨੇ ਗੁਰੂ ਅੰਗਦ ਸਾਹਿਬ ਜੀ ਦੀ ਨਿੰਦਾ ਕਰਨੀ। ਗੁਰ ਕੀਰਤ ਰਾਂਕਾ ਸੋ ਪ੍ਰਕਾਸ਼ੀ, ਕਹਿੰਦੇ ਇਉਂ ਕਹਿ ਲੋ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵਡਿਆਈ ਚੰਦਰਮਾ ਦੀ ਚਾਨਣੀ ਵਾਂਗੂ ਫੈਲੀ ਹੈ। ਜਿਵੇਂ ਚੰਦਰਮਾ ਦੀ ਚਾਨਣੀ ਫੈਲਦੀ ਹੈ ਨਾ ਪੁੰਨਿਆਂ ਦੀ ਰਾਤ ਨੂੰ, ਇਉਂ ਸਤਿਗੁਰਾਂ ਦੀ ਕੀਰਤੀ ਚੰਦਰਮਾ ਦੀ ਚਾਨਣੀ ਵਾਂਗੂ ਫੈਲੀ ਹੈ। ਸੋ ਤਸਕਰ ਦੁਰਮਤੀ ਦੁਰਾਸੀ, ਤੇ ਇਹ ਤਪਾ ਹੈ ਚੋਰ, ਜਿਹਨੂੰ ਉਹ ਚੰਦਰਮਾ ਦੀ ਚਾਨਣੀ ਚੰਗੀ ਨਹੀਂ ਲੱਗਦੀ। ਚੋਰਾਂ ਨੂੰ ਚਾਨਣੀ ਰਾਤ ਥੋੜੀ ਚੰਗੀ ਲੱਗਦੀ ਹੈ। ਉਹ ਕਹਿੰਦੇ ਕਿੱਥੇ ਚੜ ਗਿਆ ਚੰਨ, ਇਹਨੇ ਚਾਨਣੀ ਕਰਕੇ ਸਾਨੂੰ ਫੜਾ ਦੇਣਾ। ਕਹਿੰਦੇ ਤਪਾ ਹੈ ਚੋਰ, ਜਿਹਨੂੰ ਸਤਿਗੁਰਾਂ ਦੀ ਕੀਰਤੀ ਦੀ ਚਾਨਣੀ ਚੰਗੀ ਨਹੀਂ ਲੱਗਦੀ ਮਲੇਛ ਨੂੰ। ਕੈਤ ਛਾਦ ਬੇ ਮੂਰਖ ਮਾਨੀ, ਹੁਣ ਚੋਰ ਨੂੰ ਚੰਨ ਦੀ ਚਾਨਣੀ ਨਾ ਲੱਗੇ ਚੰਗੀ, ਉਹ ਭਲਾ ਉੱਤੇ ਕੰਬਲ ਪਾ ਕੇ ਚੰਨ ਦੀ ਚਾਨਣੀ ਬੰਦ ਕਰ ਸਕਦਾ? ਵੀ ਇਹਦੇ ਉੱਤੇ ਪਾ ਕੇ ਕੰਬਲ ਜਾਂ ਟੈਂਟ ਲਾ ਦਿਆਂ ਇਹਦੇ ਸਾਹਮਣੇ ਵੀ ਇਹਦੀ ਚਾਨਣੀ ਬੰਦ ਕਰ ਦਿਆਂ, ਕਰ ਸਕਦਾ ਭਲਾ? ਕਹਿੰਦੇ ਇਦਾਂ ਹੀ ਇਹ ਤਪਾ ਸਤਿਗੁਰਾਂ ਦੀ ਚਾਨਣੀ ਮੇਟਣਾ ਚਾਹੁੰਦਾ ਮਲੇਛ। ਲੱਖ ਉਪਾਏ ਕੋ ਬੋਲਿਓ ਬਾਨੀ, ਕਹਿੰਦਾ ਵਧੀਆ ਉਪਾਅ ਬਣ ਗਿਆ। ਸੋਚਦਾ ਮਲੇਛ ਜੋ ਹੋਇਆ ਚਲਾਕੀ ਦੇ ਨਾਲ ਸੋਚਦਾ ਵੀ ਇਹ ਤਾਂ ਬੜਾ ਵਧੀਆ ਤਰੀਕਾ ਬਣ ਗਿਆ ਗੁਰੂ ਜੀ ਨੂੰ ਇੱਥੋਂ ਕੱਢਣ ਦਾ। ਇਹਨੇ ਸਾਰੀ ਜੁਗਤ ਉਸੇ ਵੇਲੇ ਅੰਦਰ ਹੀ ਅੰਦਰ ਬਣਾ ਲਈ। ਉਹ ਬੈਠੇ ਵੇਖੀ ਜਾਣ ਵੀ ਤਪਾ ਜੀ ਅੱਖਾਂ ਬੰਦ ਕਰਕੇ ਬੈਠੇ ਨੇ ਤੇ ਧਿਆਨ ਲਾ ਕੇ ਵੇਖਦੇ ਹੋਣੇ ਆ, ਪਰ ਉਹ ਕੀ ਜਾਣਨ ਵੀ ਮਲੇਛ ਅੱਖਾਂ ਬੰਦ ਕਰਕੇ ਬੈਠਾ। ਇਹ ਮਲੇਛ ਤਾਂ ਹੀ ਚਿਤ ਵਰਿਆ ਵੀ ਕਿਵੇਂ ਗੁਰੂ ਜੀ ਨੂੰ ਇੱਥੋਂ ਕੱਢਣਾ। ਉਹ ਇਹਨੇ ਸਾਰੀ ਜੁਗਤ ਵਿਉਂਤਬੰਦੀ ਬਣਾ ਲਈ। ਓ ਖੈਰਿਓ ਤੁਮ ਜਾਨੋ ਕਾਰਨ, ਕਹਿਣ ਲੱਗਾ ਵੀ ਭਾਈ ਖੈਰਿਓ ਸੁਣੋ, ਮੈਂ ਬੜਾ ਧਿਆਨ ਲਾ ਕੇ ਵੇਖਿਆ, ਦੂਰ ਤਾਈਂ ਨਿਗਾਹ ਮਾਰ ਕੇ ਵੇਖਿਆ ਵੀ ਮੈਨੂੰ ਇਹਦਾ ਕਾਰਨ ਇੱਕ ਲੱਭਿਆ ਵੀ ਮੀਂਹ ਕਿਉਂ ਨਹੀਂ ਪੈਂਦਾ। ਉਹ ਕਹਿਣ ਜੀ ਇੱਥੇ ਕੁਝ ਦੂਰੀ ਤੇ ਨੇੜੇ ਤੇੜੇ ਕਈ ਪਿੰਡਾਂ 'ਚ ਪੈ ਗਿਆ ਮੀਂਹ, ਪਰ ਸਾਡੇ ਨਹੀਂ ਪੈਂਦਾ। ਕਹਿਣ ਲੱਗੇ ਇਹਦਾ ਕਾਰਨ, ਕਹਿੰਦਾ ਮੈਨੂੰ ਲੱਭ ਗਿਆ ਵੀ ਮੀਂਹ ਕਿਉਂ ਨਹੀਂ ਪੈ ਰਿਹਾ। ਜਿਸ ਤੇ ਬਰਖਾ ਹੋਤ ਨ ਬਾਰਨ, ਵੀ ਜਿਹਦੇ ਕਰਕੇ ਮੀਂਹ ਨਹੀਂ ਪੈ ਰਿਹਾ ਉਹਦਾ ਸਾਰਾ ਕਾਰਨ ਮੈਨੂੰ ਲੱਭ ਗਿਆ। ਭਾਦਰੋਂ ਵਿੱਚ ਜੇ ਮੀਂਹ ਪਵੇ ਤੇ ਬੰਨਾ ਟਪਾ ਜਾਂਦਾ, ਇੱਕ ਖੇਤ 'ਚ ਪੈਂਦਾ ਦੂਜੇ 'ਚ ਨਹੀਂ ਪੈਂਦਾ। ਇਹ ਮੌਸਮ ਹੀ ਇਹੋ ਜਿਹਾ ਹੁੰਦਾ। ਇਹਨਾਂ ਦੇ ਨਹੀਂ ਪਿਆ, ਕਿਤੇ ਆਲੇ ਦੁਆਲੇ ਹੋਰ ਨਗਰਾਂ 'ਚ ਪੈ ਗਿਆ ਹੋਵੇਗਾ। ਇਹਨੂੰ ਇਹ ਸਾਰੀ ਤਰਕੀਬ ਸੁੱਝ ਗਈ ਤਪੇ ਨੂੰ। ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਕਿਉਂ ਨਹੀਂ ਪੈਂਦਾ ਮੀਂਹ ਤੁਹਾਡੇ ਖੇਤ ਵਿੱਚ, ਇਹਦਾ ਕਾਰਨ ਮੈਂ ਵੇਖ ਲਿਆ। ਖੱਤਰੀ ਗ੍ਰਾਮ ਤੁਮਾਰੇ ਆਹੇ, ਤੁਹਾਡੇ ਪਿੰਡ ਵਿੱਚ ਇੱਕ ਖੱਤਰੀ ਤ੍ਰੇਣ ਰਹਿੰਦਾ ਹੈ। ਸੋ ਅਪਰਾਧ ਕਰਤ ਹੀ ਰਹੇ, ਤੁਹਾਡੇ ਇਸ ਨਗਰ 'ਚ ਰਹਿ ਕੇ ਅਪਰਾਧ ਕਰਦਾ ਹੈ। ਉਹ ਅਪਰਾਧ ਕਰ ਰਿਹਾ ਤੁਹਾਡੇ ਨਗਰ ਵਿੱਚ। ਪੂਰਬ ਨਾਮ ਆਹੇ ਜਿਸ ਲੈਣਾ, ਉਹਦਾ ਪਹਿਲਾ ਨਾਮ ਸੀ ਲਹਿਣਾ। ਉਹਨੂੰ ਪਹਿਲਾਂ ਇਸ ਨਗਰ 'ਚ ਭਾਈ ਲਹਿਣਾ ਕਹਿ ਕੇ ਬੁਲਾਉਂਦੇ ਸਨ। ਅਬ ਅੰਗਦ ਹੀ ਤਿਸ ਕੋ ਕਹਿਣਾ, ਹੁਣ ਉਹਨੂੰ ਅੰਗਦ ਕਹਿ ਕੇ ਬੁਲਾਉਂਦੇ ਹਨ। ਨਾਮ ਆਨੇ ਆਪਣੋ ਤਰਵਾਇਓ, ਉਹਨਾਂ ਨੇ ਆਪਣਾ ਨਾਮ ਬਦਲ ਕੇ ਹੋਰ ਧਰਾ ਲਿਆ ਹੈ। ਕਿਤ ਕਿਤ ਤੇ ਨਰ ਵੈ ਸਮੁਦਾਇਓ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਇਕੱਠੇ ਹੋ ਕੇ ਉਹਨਾਂ ਦੇ ਕੋਲ ਆਉਂਦੇ ਨੇ। ਟੇਕੇ ਮਸਤਕ ਹੋਤੇ ਅਨੀਤੀ, ਉਹਨਾਂ ਨੂੰ ਆ ਕੇ ਉਹ ਲੋਕ ਮੱਥਾ ਟੇਕਦੇ ਨੇ। ਇਹੀ ਸਭ ਤੋਂ ਵੱਡਾ ਅਪਰਾਧ ਤੁਹਾਡੇ ਪਿੰਡ 'ਚ ਹੋ ਰਿਹਾ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਹੈ, ਆ ਕੇ ਉਹਨਾਂ ਨੂੰ ਮੱਥਾ ਟੇਕਦੇ ਨੇ। ਬੜੀ ਵੱਡੀ ਅਨੀਤੀ ਹੋ ਰਹੀ ਆ ਤੁਹਾਡੇ ਨਗਰ ਵਿੱਚ। ਨਹੀਂ ਸਾਧ ਪੁਨ ਗ੍ਰਸਤੀ ਰੀਤੀ, ਉਹ ਕਿਹੜਾ ਸਾਧ ਆ? ਉਹ ਤਾਂ ਗ੍ਰਸਤੀ ਆ, ਉਹਦੇ 2 ਪੁੱਤ ਨੇ 2 ਧੀਆਂ ਨੇ। ਵੀ ਉਹ ਤਾਂ ਸਾਧ ਥੋੜੀ ਆ, ਮੱਥਾ ਟਿਕਾਉਣਾ ਤਾਂ ਸਾਡੇ ਵਰਗੇ ਸਾਧਾਂ ਦੇ ਹੱਥ ਹੈ।
ਅਸੀਂ ਟਿਕਾ ਸਕਦੇ ਹਾਂ, ਸਾਨੂੰ ਤੁਸੀਂ ਮੱਥਾ ਟੇਕ ਦਿਓ, ਕੋਈ ਪਾਪ ਨਹੀਂ। ਪਰ ਇੱਕ ਗ੍ਰਸਤੀ ਨੂੰ ਜਾ ਕੇ ਮੱਥਾ ਟੇਕਣਾ ਇਹ ਸਭ ਤੋਂ ਵੱਡਾ ਪਾਪ ਹੈ। ਉਹ ਸਾਧ ਥੋੜੀ ਨੇ, ਉਹ ਤਾਂ ਗ੍ਰਸਤੀ ਨੇ, ਤੇ ਗ੍ਰਸਤੀ ਹੋ ਕੇ ਲੋਕਾਂ ਕੋਲੋਂ ਮੱਥਾ ਟਿਕਾਉਂਦੇ ਨੇ। ਕਰੇ ਪੁਜਾਵਨ ਲੋਕਨ ਪਾਸ, ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਂਦੇ ਹਨ। ਬੈਠੇ ਗੁਰਤਾ ਧਰੇ ਪ੍ਰਕਾਸ਼, ਔਰ ਬਹਿ ਕੇ ਆਪਣੇ ਆਪ ਨੂੰ ਗੁਰੂ ਸਦਾਉਂਦੇ ਨੇ ਤੇ ਗੁਰਤਾ ਦਾ ਪ੍ਰਕਾਸ਼ ਕਰਦੇ ਨੇ। ਜੇ ਅਸ ਪਦਵੀ ਚਾਹਤ ਸੋਏ, ਜੇ ਉਹ ਇਹੋ ਜੀ ਪਦਵੀ ਚਾਹੁੰਦੇ ਨੇ, ਜੇ ਉਹ ਚਾਹੁੰਦੇ ਨੇ ਗੁਰੂ ਬਣ ਕੇ ਆਪਣੀ ਪੂਜਾ ਕਰਾਵਣ, ਪਟਕ ਖਾਏ ਸਾਧੂ ਸਮ ਹੋਏ, ਉਹਨਾਂ ਨੂੰ ਗੇਰੂ ਰੰਗੇ ਭਗਵੇ ਰੰਗ ਦੇ ਕੱਪੜੇ ਪਾ ਕੇ ਸਾਡੇ ਵਾਂਗੂ ਸਾਧਾਂ ਵਾਂਗੂ ਬਹਿਣਾ ਚਾਹੀਦਾ, ਗ੍ਰਸਤ ਧਰਮ ਛੱਡਣਾ ਚਾਹੀਦਾ। ਕਹਿੰਦਾ ਜੇ ਪੂਜਾ ਕਰਾਉਣੀ ਆ ਉਹਨਾਂ ਨੇ ਗੁਰੂ ਹੋ ਕੇ, ਤੇ ਮੇਰੇ ਵਾਂਗੂ ਕੱਪੜੇ ਪਾਣ, ਗੇਰੂ ਰੰਗੇ ਭਗਵੇ, ਤੇ ਸਾਧ ਬਣ ਕੇ ਬੈਠਣ, ਗ੍ਰਸਤ ਧਰਮ ਨੂੰ ਛੱਡ ਦੇਣ। ਕਰੇ ਪੁਜਾਵਨ ਪੁਨ ਸਭ ਮਾਈ, ਫਿਰ ਭਾਵੇਂ ਜਿੰਨੀ ਮਰਜ਼ੀ ਆਪਣੀ ਪੂਜਾ ਸਾਰਿਆਂ ਚ ਕਰਾਉਣ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ। ਤੋ ਵਿਪਰੀਤੀ ਨਹੀਂ ਹੋਏ ਤਾਈ, ਉਹਨੂੰ ਵਿਪਰੀਤ ਨਹੀਂ ਕਿਹਾ ਜਾਏਗਾ, ਇਹਨੂੰ ਉਲਟ ਨਹੀਂ ਕਿਹਾ ਜਾਵੇਗਾ ਜੇ ਏਦਾਂ ਪੂਜਾ ਕਰਾਵਣ ਜਿਵੇਂ ਮੈਂ ਕਹਿ ਰਿਹਾ। ਪੁੱਤਰ ਭਾਰ ਜਾ ਮੈਂ ਇਹ ਰਹੇ, ਇਹ ਪੁੱਤਰਾਂ ਵਿੱਚ ਰਹਿੰਦੇ ਨੇ, ਆਪਣੀ ਘਰਵਾਲੀ ਦੇ ਸਮੇਤ ਰਹਿੰਦੇ ਨੇ। ਕਥੰ ਪੁਜਾਵਨ ਨਰ ਤੇ ਲਹੀ, ਫਿਰ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਂਦੇ ਹਨ। ਤੁਮ ਪੀਰ ਦੇ ਵਿਚਾਰੋ ਬਾਤ, ਇਹ ਖੈਰੇ ਜ਼ਿਮੀਂਦਾਰੋ, ਤੁਸੀਂ ਵੀ ਇਸ ਗੱਲ ਨੂੰ ਵਿਚਾਰੋ, ਤੁਸੀਂ ਵੀ ਸਿਆਣੇ ਹੋ, ਅਕਲਮੰਦ ਹੋ। ਹੋਤ ਕਿ ਨਹੀਂ ਇਹੋ ਉਤਪਾਤ, ਦੱਸੋ ਭਲਾ ਤੁਹਾਡੇ ਪਿੰਡ 'ਚ ਪਾਪ ਹੁੰਦਾ ਕਿ ਨਹੀਂ ਹੁੰਦਾ? ਉਹਨਾਂ ਦੇ ਮੂੰਹ ਹੀ ਘੁਆਉਂਦਾ। ਕਹਿੰਦਾ ਦੱਸੋ ਭਲਾ ਤੁਹਾਡੇ ਨਗਰ ਵਿੱਚ ਪਾਪ ਹੋ ਰਿਹਾ ਨਹੀਂ? ਫਿਰ ਮੀਂਹ ਕਿੱਥੇ ਪਵੇ ਜਿੱਥੇ ਐਡਾ ਵੱਡਾ ਪਾਪ ਹੋ ਰਿਹਾ? ਮਲੇਛਾ ਤੇਰੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪਿਆ ਪੈਂਦਾ। ਤੂੰ ਪਾਪੀਆਂ ਗੁਰੂ ਸਾਹਿਬ ਜੀ ਦੀ ਨਿੰਦਾ ਕਰਦਾ, ਗੁਰੂ ਨਗਰ ਵਿੱਚ ਰਹਿ ਕੇ ਤੇਰੇ ਅਪਰਾਧ ਕਰਕੇ ਇਹ ਦੁਖੀ ਹੋ ਰਹੇ ਨੇ। ਪਰ ਉਲਟਾ ਸਤਿਗੁਰਾਂ ਨੂੰ ਦੋਸ਼ੀ ਸਾਬਤ ਕਰਦਾ ਹੈ। ਕਹਿੰਦਾ ਇਹ ਵੇਖੋ ਕਿੱਡਾ ਵੱਡਾ ਪਾਪ ਤੁਹਾਡੇ ਨਗਰ ਵਿੱਚ ਹੋ ਰਿਹਾ ਹੈ। ਤੁਮ ਤੋ ਨਹੀਂ ਮਾਨਤੇ ਤਾਈ, ਚਲੋ ਤੁਸੀਂ ਤਾਂ ਨਹੀਂ ਮੰਨਦੇ ਉਹਨੂੰ, ਤੁਸੀਂ ਤਾਂ ਮੈਨੂੰ ਮੰਨਦੇ ਹੋ, ਇਦਾਂ ਕਹਿੰਦਾ। ਕਿਉਂਕਿ ਉਹਨਾਂ ਨੇ ਅਗਲਾ ਸਵਾਲ ਇਹੀ ਕਰਨਾ ਸੀ ਨਾ, ਤਪਾ ਜੀ ਅਸੀਂ ਤਾਂ ਜਾਣਦੇ ਨਹੀਂ ਉਹਨਾਂ ਵੱਲ, ਸਾਡੀ ਖੇਤਾਂ 'ਚ ਮੀਂਹ ਕਿਉਂ ਨਹੀਂ ਪੈਂਦਾ। ਇਹਨੂੰ ਪਤਾ ਸੀ, ਚਲਾਕ ਬੰਦਾ ਸੀ, ਇਹਨੇ ਪਹਿਲਾਂ ਹੀ ਕਿਹਾ। ਕਹਿੰਦਾ ਭਾਵੇਂ ਤਾਂ ਤੁਸੀਂ ਨਹੀਂ ਮੰਨਦੇ ਉਹਨੂੰ, ਤੁਸੀਂ ਨਹੀਂ ਜਾ ਕੇ ਉਹਨੂੰ ਪੂਜਦੇ, ਇਹ ਨੀਕੇ ਮੈਂ ਜਾਣਤੇ ਆਹੇ, ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ। ਤਉ ਪਿਖੋ ਤੁਮ ਤਿਸ ਕੇ ਬਾਸ, ਪਰ ਉਹਦੇ ਨੇੜੇ ਤਾਂ ਰਹਿੰਦੇ ਹੋ ਨਾ ਤੁਸੀਂ, ਭਾਵੇਂ ਤੁਸੀਂ ਉਹਨੂੰ ਪੂਜਦੇ ਨਹੀਂ, ਉਹਨੂੰ ਮੰਨਦੇ ਨਹੀਂ, ਮੈਂ ਚੰਗੀ ਤਰ੍ਹਾਂ ਜਾਣਦਾ। ਪਰ ਤੁਸੀਂ ਉਹਨਾਂ ਦੇ ਨੇੜੇ ਤਾਂ ਰਹਿੰਦੇ ਹੋ, ਇੱਥੇ ਉਹਨਾਂ ਦੇ ਨਗਰ ਵਿੱਚ। ਭਇਓ ਕਸ਼ਟ ਸਭ ਕੋ ਸੋ ਪ੍ਰਕਾਸ਼, ਇਸ ਕਰਕੇ ਉਹਨਾਂ ਦੇ ਇੱਥੇ ਰਹਿਣ ਕਰਕੇ ਤੁਸੀਂ ਕਸ਼ਟ ਪਾ ਰਹੇ ਹੋ। ਉਹ ਇੱਥੇ ਰਹਿ ਰਹੇ ਨੇ ਤਾਂ ਤੁਸੀਂ ਇੰਨਾ ਦੁੱਖ ਪਾ ਰਹੇ ਹੋ। ਅਬ ਉਪਚਾਰ ਕਰੋ ਤਿਸ ਕੇਰਾ, ਤੁਸੀਂ ਹੁਣ ਉਹਦਾ ਕੋਈ ਉਪਚਾਰ ਕਰੋ, ਉਹਨਾਂ ਦਾ ਕੋਈ ਤਰੀਕਾ ਲੱਭੋ। ਤਬੋਂ ਬਰਖੈ ਮੇਘ ਬਡੇਰਾ, ਤਾਂ ਤੁਹਾਡੀਆਂ ਫਸਲਾਂ ਹਰੀਆਂ ਹੋਣਗੀਆਂ, ਤਾਂ ਮੀਂਹ ਵਰਸੇਗਾ। ਸਭ ਮਿਲ ਜਾਵੋ ਅਬ ਉਸ ਪਾਸ, ਤੁਸੀਂ ਹੁਣ ਸਾਰੇ ਜਣੇ ਮਿਲ ਕੇ ਉਹਨਾਂ ਦੇ ਕੋਲ ਜਾਵੋ। ਆਪਨ ਗ੍ਰਾਮ ਤੇ ਦੇਹੋ ਨਿਕਾਸ, ਉਹਨਾਂ ਨੂੰ ਕਹੋ ਵੀ ਉਹ ਤੁਹਾਡਾ ਪਿੰਡ ਛੱਡ ਕੇ ਇੱਥੋਂ ਚਲੇ ਜਾਣ, ਆਪਣੇ ਨਗਰ ਤੋਂ ਉਹਨਾਂ ਨੂੰ ਕੱਢ ਦਿਓ। ਜਬ ਸੋ ਗ੍ਰਾਮ ਨਿਕਸ ਕੈ ਜਾਏ, ਜਦੋਂ ਗੁਰੂ ਅੰਗਦ ਦੇਵ ਜੀ ਇਸ ਨਗਰ ਨੂੰ ਛੱਡ ਕੇ ਨਿਕਲ ਕੇ ਜਾਣਗੇ, ਔਰ ਤੁਮਾਰੋ ਹੈ ਮਨ ਪਾਏ, ਫਿਰ ਤੁਹਾਡਾ ਮਨ ਭਾਉਂਦਾ ਕਾਰਜ ਹੋਵੇਗਾ, ਮੀਂਹ ਪਵੇਗਾ, ਤੁਹਾਡੀਆਂ ਫਸਲਾਂ ਲਹਿਰਾਣਗੀਆਂ। ਅਪਰ ਗ੍ਰਾਮ ਕਿਸ ਜਾਏ ਬਸੇ ਹੈ, ਉਹਨਾਂ ਨੂੰ ਕਹੋ ਵੀ ਇੱਥੋਂ ਜਾਣ ਤੇ ਕਿਸੇ ਹੋਰ ਪਿੰਡ 'ਚ ਜਾ ਕੇ ਆਪਣਾ ਨਿਵਾਸ ਕਰ ਲੈਣ। ਫੇਰ ਤੁਮੇ ਨੇ ਸੰਕਟ ਪੈ ਹੈ, ਫੇਰ ਨਹੀਂ ਤੁਹਾਨੂੰ ਕੋਈ ਸੰਕਟ ਮਿਲਦਾ, ਫੇਰ ਨਹੀਂ ਤੁਸੀਂ ਦੁਖੀ ਹੁੰਦੇ ਜਦੋਂ ਉਹ ਇੱਥੋਂ ਜਾਣਗੇ। ਇਮ ਸੁਨ ਕੇ ਸਭ ਨੇ ਮਨ ਮਾਨੀ, ਇਹ ਜਿੰਨੇ ਖਹਿਰੇ ਜਿਵੇਂ ਤਪੇ ਨੇ ਪੱਟੀ ਪੜਾਈ ਉਸੇ ਤਰ੍ਹਾਂ ਮੰਨ ਗਏ ਜ਼ਿਮੀਂਦਾਰ। ਕਹਿੰਦੇ ਠੀਕ ਹੈ ਤਪਾ ਜੀ, ਅਸੀਂ ਤਾਂ ਆਪ ਸੋਚੀ ਜਾਂਦੇ ਸੀ ਵੀ ਖਬਰੇ ਕੀ ਪਾਪ ਹੋ ਗਿਆ ਸਾਡੇ ਕੋਲੋਂ, ਵੀ ਮੀਂਹ ਨਹੀਂ ਪਿਆ ਪੈਂਦਾ।
ਕਹਿੰਦੇ ਤਾਂ ਤੁਸੀਂ ਸਾਨੂੰ ਸੋਝੀ ਦਿੱਤੀ ਆ, ਤੁਸੀਂ ਸਮਝਾਇਆ, ਤਪੇ ਦੀ ਗੱਲ ਮੰਨ ਕੇ ਚੱਲ ਪਏ। ਕਹੋ ਤਪਾ ਜੀ ਤੁਮ ਸੱਚ ਬਾਨੀ। ਕਹਿਣ ਲੱਗੇ ਤਪਾ ਜੀ ਤੁਸੀਂ ਬਿਲਕੁਲ ਸੱਚ ਕਹਿੰਦੇ ਹੋ, ਤੁਸੀਂ ਜੋ ਆਖ ਰਹੇ ਹੋ ਬਿਲਕੁਲ ਸੱਤ ਹੈ। ਗ੍ਰਸਤੀ ਹੋਏ ਪੁਜਾਵਨ ਕਰਈ। ਵਾਕਈ ਗੁਰੂ ਅੰਗਦ ਜੀ ਗ੍ਰਸਤੀ ਹੋ ਕੇ ਆਪਣੀ ਪੂਜਾ ਕਰਾ ਰਹੇ ਨੇ, ਉਹ ਗ੍ਰਸਤੀ ਨੇ ਫਿਰ ਵੀ ਆਪਣੀ ਪੂਜਾ ਕਰਾ ਰਹੇ ਨੇ। ਆਵੇਂ ਅਨਿਕ ਵਹਿਰ ਕੇ ਨਰਈ। ਬਾਹਰ ਦੇ ਬਹੁਤ, ਅਸੀਂ ਤਾਂ ਨਹੀਂ ਜਾਣਦੇ ਉਹਨਾਂ ਕੋਲੇ, ਪਰ ਬਾਹਰੋਂ ਬੜੀ ਦੁਨੀਆ ਆਉਂਦੀ ਆ ਉਹਨਾਂ ਦੇ ਪਾਸ, ਬੜੇ ਲੋਕ ਆ ਕੇ ਉਹਨਾਂ ਨੂੰ ਪ੍ਰਣਾਮ ਕਰਦੇ ਹਨ। ਹਮ ਤੋ ਤਿਸ ਕੋ ਮਾਨੇ ਨਾਈ। ਅਸੀਂ ਤਾਂ ਨਹੀਂ ਮੰਨਦੇ ਉਹਨਾਂ ਨੂੰ। ਖਾਲਸਾ ਜੀ ਇਹ ਸੁਭਾਵਕ ਹੈ, ਜਿਸ ਘਰ ਵਿੱਚ ਜਿਸ ਨਗਰ ਵਿੱਚ ਕੋਈ ਮਹਾਪੁਰਸ਼ ਵਲੀ ਪੁਰਖ ਹੋਵੇ, ਤਕਰੀਬਨ ਉਸ ਨਗਰ ਵਾਲੇ ਉਸ ਮਹਾਤਮਾ ਦੀ ਸਾਰ ਨੂੰ ਨਹੀਂ ਜਾਣਦੇ ਹੁੰਦੇ। ਦਰਿਆਵਾਂ ਤੇ ਜਿਹੜੇ ਆ ਤੀਰਥ ਨੇ, ਆ ਕਿੱਡੀ ਕਿੱਡੀ ਦੂਰੋਂ ਜਾਂਦੇ ਆ ਲੋਕ ਤੀਰਥਾਂ ਤੇ ਇਸ਼ਨਾਨ ਕਰਨ। ਜਿਹੜੇ ਉਹਨਾਂ ਤੀਰਥਾਂ ਦੇ ਕੰਢਿਆਂ ਦੇ ਉੱਤੇ ਘਰ ਬਣਾ ਕੇ ਰਹਿੰਦੇ, ਕਦੇ ਉਹਨਾਂ ਨੂੰ ਪੁੱਛੋ ਵੀ ਉਹ ਨਹਾਉਂਦੇ ਆ ਉੱਥੇ? ਉਹ ਕਹਿੰਦੇ ਜੀ ਸਾਨੂੰ ਤਾਂ ਸਾਲਾਂ ਬੱਧੀ ਸਮਾਂ ਬੀਤ ਜਾਂਦਾ, ਉਹਨਾਂ ਨੂੰ ਉੱਥੋਂ ਦੀ ਕਦਰ ਨਹੀਂ ਹੁੰਦੀ। ਇਸੇ ਤਰ੍ਹਾਂ ਕਿਸੇ ਨਗਰ ਵਿੱਚ ਜਾਂ ਕਈ ਵਾਰੀ ਕਈ ਘਰਾਂ ਦੇ ਵਿੱਚ ਵੀ ਕੋਈ ਵਲੀ ਪੁਰਸ਼ ਮਹਾਤਮਾ ਪੈਦਾ ਹੋਵੇ ਤੇ ਉਹ ਨਗਰ ਵਾਲੇ ਜਾਂ ਉਹ ਘਰਾਂ ਵਾਲੇ ਉਹਦੀ ਸਾਰ ਨੂੰ ਨਹੀਂ ਜਾਣਦੇ, ਉਹਦੀ ਮਹਿਮਾ ਨੂੰ ਨਹੀਂ ਜਾਣਦੇ। ਬਾਹਰਲੇ ਲੋਕ ਆ ਕੇ ਫਾਇਦਾ ਉਠਾ ਜਾਂਦੇ ਆ, ਕੋਲ ਰਹਿਣ ਵਾਲੇ ਲਾਭ ਨਹੀਂ ਲੈ ਸਕਦੇ। ਜਿਵੇਂ ਕਮਲ ਦਾ ਫੁੱਲ ਹੁੰਦਾ ਨਾ ਪਾਣੀ 'ਚ, ਡੱਡੂ ਜੜ 'ਚ ਰਹਿੰਦਾ, ਉਹ ਜੜ 'ਚ ਰਹਿ ਕੇ ਕਮਲ ਦੇ ਫੁੱਲ ਦੀ ਸਾਰ ਨੂੰ ਨਹੀਂ ਜਾਣਦਾ। ਭਵਰਾ ਕੋਹਾਂ ਤੋਂ ਦੂਰੋਂ ਆ ਕੇ ਉਹਦੇ ਤੇ ਆ ਕੇ ਰਸ ਲੈ ਕੇ ਮੰਡਰਾਉਂਦਾ, ਉਹਦੀ ਪਰਾਗ ਨੂੰ ਰਸ ਨੂੰ ਚੱਖ ਲੈਂਦਾ, ਉਹ ਕੋਹਾਂ ਤੋਂ ਆ ਕੇ ਉਹਦਾ ਰਸ ਮਾਣ ਲੈਂਦਾ। ਇਹ ਕਹਿੰਦੇ ਖਹਿਰੇ ਜ਼ਿਮੀਂਦਾਰ ਆਪਣੇ ਤਪੇ ਗੁਰੂ ਨੂੰ, ਕਹਿੰਦੇ ਅਸੀਂ ਤਾਂ ਨਹੀਂ ਮੰਨਦੇ ਉਹਨੂੰ, ਸਾਡੇ ਪਿੰਡ ਵਾਲੇ, ਪਰ ਬਾਹਰੋਂ ਲੋਕ ਆਉਂਦੇ ਆ ਉਹਨੂੰ ਪੂਜਣ ਵਾਸਤੇ, ਨਮਸਕਾਰ ਕਰਨ ਲਈ। ਜਾਏ ਸਮੀਪ ਤਾਏ ਨਿਕਸਾਈ। ਔਰ ਕਹਿੰਦੇ ਜੀ ਅਸੀਂ ਹੁਣੇ ਜਾਂਦੇ ਆ, ਅਸੀਂ ਹੁਣੇ ਜਾ ਕੇ ਉਹਨਾਂ ਨੂੰ ਆਪਣੇ ਪਿੰਡ ਚੋਂ ਨਗਰ ਚੋਂ ਕੱਢਾਂਗੇ, ਅਸੀਂ ਨਹੀਂ ਰਹਿਣ ਦੇਣਾ ਉਹਨਾਂ ਨੂੰ ਆਪਣੇ ਨਗਰ ਵਿੱਚ। ਉੱਥੇ ਉਹ ਪੂਜਾ ਕਰਾਉਂਦੇ ਆਪਣੇ ਗੁਰੂ ਬਣ ਕੇ, ਅਸੀਂ ਉਹਨਾਂ ਨੂੰ ਜਾ ਕੇ ਨਗਰ ਚੋਂ ਕੱਢ ਦੇਵਾਂਗੇ। ਕਿਮ ਕੈ ਗਮਨੇ ਖੈਰੇ ਸਾਰੇ। ਤਪਾ ਬੜਾ ਖੁਸ਼ ਹੋਇਆ ਵੀ ਮੇਰਾ ਆਖਾ ਮੰਨ ਕੇ ਚੱਲੇ, ਪਰ ਤਪੇ ਮੂਰਖ ਨੂੰ ਇਹ ਨਹੀਂ ਪਤਾ, ਮਲੇਛਾ ਤੂੰ ਆਪ ਮੌਤ ਨੂੰ ਆਵਾਜ਼ਾਂ ਪਿਆ ਮਾਰਦਾ, ਤੂੰ ਆਪ ਮੌਤ ਨੂੰ ਆਵਾਜ਼ਾਂ ਮਾਰ ਕੇ ਕਹਿਣਾ ਵੀ ਹੁਣ ਮੇਰਾ ਅੰਤ ਆਉਣ ਵਾਲਾ। ਇਹਦਾ ਪਾਪ, क्योंकि पापी को मारने को पापी को पाप ही महाबली है। पापी बंदे ਨੂੰ ਮਾਰਨ ਵਾਸਤੇ ਉਹਦਾ ਪਾਪ ਹੀ ਉਹਨੂੰ ਮਾਰਦਾ ਹੈ, ਉਹਦੇ ਪਾਪ ਨੇ ਉਹਨੂੰ ਖਤਮ ਕਰਨਾ। ਕਹਿੰਦੇ ਰੱਬ ਦਾ ਡਾਂਗੀ ਮਾਰਦਾ ਮਤ ਦੇ ਕਵੱਲੀ। ਪਰਮੇਸ਼ਰ ਡਾਂਗ ਲੈ ਕੇ ਥੋੜੀ ਮਾਰਦਾ, ਮਤ ਹੀ ਇਹੋ ਜੀ ਦੇ ਦਿੰਦਾ ਹੈ ਵੀ ਲੋਕ ਆਪੇ ਹੀ ਡਾਂਗਾ ਚੁੱਕੀ ਫਿਰਨ। ਅਕਲ ਹੀ ਇਹੋ ਜੀ ਕਰ ਦਿੰਦਾ, ਰੱਬ ਨਹੀਂ ਡਾਂਗ ਮਾਰਦਾ, ਅਕਲ ਇਹੋ ਜੀ ਦੇ ਦਿੰਦਾ ਵੀ ਲੋਕ ਡਾਂਗਾ ਚੁੱਕ ਕੇ ਪਿੱਛੇ ਆਣ ਖਲੋਂਦੇ ਆ। ਜਿਵੇਂ ਇਹਦੇ ਪਿੱਛੇ ਆ ਕੇ ਇਹਦੇ ਜਿਹੜੇ ਜ਼ਿਮੀਂਦਾਰ ਇਹਦੇ ਚੇਲੇ ਸੀ ਫੜ ਫੜ ਧੂਣਗੇ, ਇਹਨੂੰ ਅੱਗੇ ਕਥਾ ਆਵੇਗੀ। ਇਹ ਬੜਾ ਖੁਸ਼ ਹੋਇਆ। ਉਹ ਜਿੰਨੇ ਖਹਿਰੇ ਜ਼ਿਮੀਂਦਾਰ ਸਨ ਤਪੇ ਕੋਲੋਂ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਆਏ। ਹਰ ਕਿਉ ਤਪਾ ਸੁਰ ਦੇ ਮਜਾਰੇ। ਤਪਾ ਬੜਾ ਖੁਸ਼ ਹੋਇਆ ਵੀ ਮੇਰੀ ਮਨ ਭਾਉਂਦੀ ਹੋ ਗਈ, ਆਪਨ ਕਾਮਨਾ ਪੂਰਨ ਜੋਈ। ਵੀ ਮੇਰੀ ਕਾਮਨਾ ਪੂਰਨ ਹੋ ਗਈ। ਅੱਗੇ ਡਰ ਰਹਿੰਦਾ ਸੀ ਵੀ ਕਿਤੇ ਆ ਜਿਹੜੇ ਮੇਰੇ ਪਿੰਡ ਵਾਲੇ ਜਿਹੜੇ ਮੇਰੀ ਪੂਜਾ ਕਰਦੇ ਐ, ਇਹ ਕਿਤੇ ਭਰਮ ਕੇ ਗੁਰੂ ਅੰਗਦ ਸਾਹਿਬ ਨੂੰ ਨਾ ਪੂਜਣ ਲੱਗ ਪੈਣ। ਜਦੋਂ ਇੱਥੋਂ ਚਲੇ ਜਾਣਗੇ ਗੁਰੂ ਅੰਗਦ ਦੇਵ ਜੀ ਤੇ ਮੇਰੀ ਇਹ ਚਿੰਤਾ ਖਤਮ ਹੋਵੇਗੀ, ਇਹ ਮੇਰੇ ਹੀ ਚੇਲੇ ਬਣ ਕੇ ਰਹਿਣਗੇ, ਮੇਰੀ ਹੀ ਪੂਜਾ ਕਰਦੇ ਰਹਿਣਗੇ। ਏਦਾਂ ਇਹ ਜਾਣ ਕੇ ਬੜਾ ਖੁਸ਼ ਹੋਇਆ ਵੀ ਮੇਰੀ ਕਾਮਨਾ ਬੜੇ ਚਿਰਾਂ ਬਾਅਦ ਪੂਰੀ ਹੋਈ ਹੈ। ਇਮਨੈ ਲਖੇ ਨਿਕਟ ਮ੍ਰਿਤਿਉ ਹੋਈ। ਇਹ ਤਪਾ ਇਹ ਨਹੀਂ ਜਾਣਦਾ ਵੀ ਇਹਦੀ ਮੌਤ ਨੇੜੇ ਆ ਗਈ ਹੈ, ਇਹਦੀ ਮੌਤ, ਇਹਦਾ ਮਰਨਾ ਨੇੜੇ ਆ ਗਿਆ, ਤਾਂ ਇਹਦੇ ਕੋਲੋਂ ਹੋਣੀ ਇਹੋ ਜਿਹਾ ਵਰਤਾਰਾ ਵਰਤਾ ਰਹੀ ਹੈ। ਦੋਹਰਾ ਮੂਰਖ ਖੈਰੇ ਕ੍ਰਿਖੀ ਕਰ ਮਨ ਮੈਂ ਨਿਸ਼ਚੇ ਠਾਨ। ਮੂਰਖਤਾ ਦੇ ਵਸ ਹੋ ਕੇ ਉਹ ਕ੍ਰਿਖੀਕਾਰ
ਉਹਨਾਂ ਇਹ ਨਹੀਂ ਸੋਚਿਆ ਵੀ ਬਾਹਰੋਂ ਲੋਕ ਆਉਂਦੇ, ਗੁਰੂ ਅੰਗਦ ਸਾਹਿਬ ਦੀ ਸੋਭਾ ਹੋ ਰਹੀ ਹੈ, ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰ ਲਈਏ ਮੀਂਹ ਪਾ ਦਿਓ ਮਹਾਰਾਜ ਤੇ ਸਾਡੀ ਫਰਿਆਦ ਸੁਣ ਲੈਣ। ਵੇਖੋ ਅਕਲ ਨਹੀਂ ਨਾ ਆਈ, ਉਸ ਪਾਸੇ ਨੇ ਸੁਰਤ ਆਈ। ਉਹ ਤਪੇ ਦਾ ਨਾਸ਼ ਹੋਣਾ ਸੀ ਮਲੇਸ਼ ਦਾ, ਗੁਰੂ ਸਾਹਿਬ ਦੀ ਨਿੰਦਾ ਕਰਦਾ ਸੀ, ਉਹਦਾ ਫਲ ਉਹਨੂੰ ਮਿਲਣਾ ਸੀ। ਇਸ ਕਰਕੇ ਸਾਰੀ ਖੇਡ ਬਣ ਗਈ, ਵਰਤਾਰਾ ਵਰਤ ਗਿਆ। ਇਹ ਮੂਰਖਤਾ ਦੇ ਵਸ ਹੋ ਕੇ ਚੰਗੇ ਭਲੇ ਸਿਆਣੇ ਬਿਆਣੇ ਜ਼ਿਮੀਂਦਾਰ ਸਨ। ਮਨ ਵਿੱਚ ਇਹਨਾਂ ਨੇ ਨਿਸ਼ਚਾ ਠਾਣ ਲਿਆ ਕਿ ਅਸੀਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਹੁਣ ਖਡੂਰ ਸਾਹਿਬ ਚੋਂ ਕੱਢ ਕੇ ਰਹਾਂਗੇ। ਨਿੰਦਕ ਅਗੀ ਦੁਰਿਆਤਮਾ ਦੁਸ਼ਟ ਬਾਤ ਕੋ ਮਾਨ। ਕਿ ਇਹਨਾਂ ਨੇ ਆਖਿਆ ਵੀ ਇਹ ਨਿੰਦਕ ਪਾਪੀ ਅਗੀ, ਜਿਹੜਾ ਤਪਾ ਸੀ, ਨਿੰਦਕ ਵੀ ਹੈ ਗੁਰੂ ਸਾਹਿਬ ਦਾ, ਪਾਪੀ ਵੀ ਹੈ, ਦੁਰਾਤਮਾ ਮਾੜੀ ਆਤਮਾ ਵਾਲਾ ਹੈ। ਇਸ ਦੁਸ਼ਟ ਦੇ ਵਾਕ ਮੰਨ ਲਏ ਨੇ, ਇਸ ਦੁਸ਼ਟ ਦੀ ਗੱਲ ਇਹਨਾਂ ਜ਼ਿਮੀਂਦਾਰਾਂ ਨੇ ਮੰਨ ਲਈ ਹੈ ਔਰ ਇਹਦੀ ਗੱਲ ਮੰਨ ਕੇ ਚੱਲ ਪਏ ਨੇ। ਚੋਪਈ ਅਨਹਿਤ ਕੋ ਬਚ ਹਿਤ ਕਰ ਮਾਨਾ। ਜਿਹੜਾ ਅਨਹਿਤ ਹੈ, ਜਿਹਦੇ ਚ ਭਲਾ ਨਹੀਂ ਸੀ, ਉਹਨੂੰ ਆਪਣਾ ਭਲਾ ਕਰਕੇ ਮੰਨ ਲਿਆ। ਉਸ ਬੰਦੇ ਦਾ ਭਲਾ ਕਿੱਥੇ ਹੋਵੇਗਾ ਜਿਹੜਾ ਮਾੜੇ ਨੂੰ ਵੀ ਆਪਣਾ ਭਲਾ ਕਰਕੇ ਮੰਨ ਲਵੇ। ਵੀ ਜਿਹੜਾ ਮਾੜਾ ਹੈ ਉਹਨੂੰ ਵੀ ਆਪਣਾ ਭਲਾ ਕਰਕੇ ਮੰਨ ਲਵੇ, ਉਸ ਬੰਦੇ ਦਾ ਭਲਾ ਕਿੱਥੇ ਹੋਵੇਗਾ। ਗੁਰੂ ਮਹਾਤਮ ਤੇ ਅਨਜਾਨਾ। ਸਤਿਗੁਰਾਂ ਦੇ ਮਹਾਤਮ ਤੋਂ, ਸਤਿਗੁਰਾਂ ਦੀ ਮਹਿਮਾ ਤੋਂ ਇਹ ਲੋਕ ਅਣਜਾਣ ਸਨ। ਮਹਾਮੰਦ ਮਤ 9-10 ਮਿਲੇ। ਮਾੜੀ ਮਤ ਵਾਲੇ 9-10 ਜਣੇ ਮਿਲੇ। 9-10 ਜਣੇ ਜਿਨ੍ਹਾਂ ਦੀ ਖੋਟੀ ਤੇ ਭੈੜੀ ਮਤ ਹੈ, ਇਹ ਇਕੱਠੇ ਹੋਏ ਮਿਲੇ। ਸ੍ਰੀ ਸਤਿਗੁਰ ਕੇ ਘਰ ਕੋ ਚਲੇ। ਔਰ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਆਏ, ਜਿੱਥੇ ਗੁਰਦੁਆਰਾ ਮਲਖਾੜਾ ਸਾਹਿਬ ਹੈ। ਇੱਥੇ ਪਾਤਸ਼ਾਹ ਦੇ ਅਰਿਆ ਕਰਦੇ ਸਨ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਦੇ ਕੋਲ ਚੱਲ ਕੇ ਆਏ। ਇਮਤਰ ਕਨਹਿਤ ਗੁਰ ਟਿਕ ਗਏ। ਔਰ ਗੁਰੂ ਸਾਹਿਬ ਤੇ ਤਰਕ ਕਰਨ ਵਾਸਤੇ, ਗੁਰੂ ਅੰਗਦ ਸਾਹਿਬ ਤੇ ਤਰਕ ਕਰਨ ਲਈ ਇਹ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ। ਗਿਰਾ ਕਠੋਰੀ ਭਾਖਤ ਪਏ। ਆ ਕੇ ਇਹਨਾਂ ਨੇ ਕੋਈ ਮਹਾਰਾਜ ਜੀ ਨੂੰ ਨਮਸਕਾਰ ਨਹੀਂ ਕੀਤੀ, ਕੋਈ ਸੀਸ ਝੁਕਾ ਕੇ ਪ੍ਰਣਾਮ ਨਹੀਂ ਕੀਤੀ, ਅਦਬ ਸਤਕਾਰ ਨਹੀਂ ਕੀਤਾ ਮਲੇਛ ਬਿਰਤੀ ਕਰਕੇ। ਸਤਿਗੁਰੂ ਜੀ ਨੂੰ ਆ ਕੇ ਕਠੋਰ ਬੋਲੀ ਬੋਲੇ, ਕੜਵੇ ਬੋਲ ਬੋਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ। ਦੀਨ ਦੁਨੀਆ ਦੇ ਸੁਆਮੀ ਚਾਹਣ ਇੱਕ ਬਚਨ ਕਰਕੇ ਸਭ ਕੁਝ ਸਮਾਪਤ ਕਰ ਸਕਦੇ ਨੇ, ਪਰ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਇਹੋ ਜਿਹੇ ਵੱਡੇ ਮਾਲਕ ਨੇ ਸਤਿਗੁਰੂ ਕਿ ਇਹਨਾਂ ਸਧਾਰਨ ਜੇ ਬੰਦਿਆਂ ਦੀ ਕੜਵੀ ਬੋਲੀ ਸੁਣ ਕੇ ਵੀ ਸਹਾਰ ਰਹੇ ਹਨ। ਖਿਮਾ ਦੇ ਸਾਗਰ ਹਨ, ਦਇਆ ਦੇ ਅਥਾਹ ਸਮੁੰਦਰ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਜਿਵੇਂ ਜ਼ਿਮੀਂਦਾਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਆਏ ਨੇ, ਉਹ ਤਪੇ ਦਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਦੀ ਪਾਵਨ ਮਹਿਮਾ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਹੋ, ਨਾਨਕ ਚਾਹੇ ਹੋ, ਨਾਨਕ
ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਮਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਐ ਪੀਓ ਅਣਹਾਰੇ ਹੈ ਸੰਤ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ
ਗੁਰੂ ਗੁਰੂ ਵਾਹਿਗੁਰੂ ਡੰਡੋਤ ਬੰਧਨ ਅਨਕ ਵਾਰ ਸਰਬ ਕਲਾ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਨੰਦ ਗੁਣ ਨਿਧਾਨ ਗੁਰੂ ਗੁਰੂ ਗਰੀਵਨਵਾਰ ਕੋਲ ਕੋ ਮਾਏ ਲਾਲ ਨਾ ਕੋਲ ਕੋ ਮਾਈ ਲਾਲ ਨਾ ਕੋਲ ਕੋ ਮਾਈ ਲਾਲ ਨਾ ਗੁਰ ਮਨ ਦੀਨਾ ਗੁਰ ਮਨ ਦੀਨਾ ਗੁਰ ਮਨ ਦੀਨਾ ਗੁਰ ਮਨ ਦੀਨਾ ਕੋਲ ਕੋ ਮਾਈ ਲਾਲ ਨਾ सुन शब्द तुम्हारा मेरा मन पीना सुन शब्द तुम्हारा मेरा ਮਨ ਪੀਨਾ सुन शब्द तुम्हारा मेरा मन पीना सुन शब्द तुम्हारा मेरा मन पीना कोल को माए